ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਫਾਸਟਵੇ ਅੰਮ੍ਰਿਤਸਰ ਖਬਰਨਾਮਾ। ਮੈਂ ਅਦੇਵਿਕਾ ਜੈਨ ਤੇ ਹੁਣ ਸਭ ਤੋਂ ਪਹਿਲਾਂ ਇੱਕ ਨਜ਼ਰ ਅੱਜ ਦੇ ਬੁਲੇਟਿਨ ਦੀਆਂ ਮੁੱਖ ਖਬਰਾਂ ਵੱਲ। ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਜ਼ਾਦੀ ਦਿਹਾੜੇ ਦੇ ਸਬੰਧ ਵਿੱਚ ਗੁਰੂ ਨਾਨਕ ਸਟੇਡੀਅਮ ਵਿਖੇ ਲਹਿਰਾਇਆ ਕੌਮੀ ਝੰਡਾ। ਤਰਨਤਾਰਨ ਵਿਖੇ ਹੋਏ ਆਜ਼ਾਦੀ ਦਿਹਾੜੇ ਦੇ ਸਮਾਗਮ ਵਿੱਚ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਨੇ ਲਹਿਰਾਇਆ ਕੌਮੀ ਝੰਡਾ। ਇਨਕਮ ਟੈਕਸ ਦਫ਼ਤਰ ਵਿਖੇ ਆਜ਼ਾਦੀ ਦਿਹਾੜੇ ਦੇ ਸਬੰਧ ਵਿੱਚ ਹੋਇਆ ਸਮਾਗਮ। ਚੀਫ ਕਮਿਸ਼ਨਰ ਇਨਕਮ ਟੈਕਸ ਜਹਾਂਜ਼ੇਬ ਅਖਤਰ ਨੇ ਫਹਿਰਾਇਆ ਝੰਡਾ। ਅਤੇ ਹੁਣ ਖਬਰਾਂ ਵਿਸਤਾਰ ਨਾਲ। ਆਜ਼ਾਦੀ ਦਿਹਾੜੇ ਤੇ ਜ਼ਿਲ੍ਹਾ ਪੱਧਰੀ ਸਮਾਗਮ ਗੁਰੂ ਨਾਨਕ ਸਟੇਡੀਅਮ ਵਿਖੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ। ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਮੁੱਖ ਮਹਿਮਾਨ ਸਨ ਅਤੇ ਉਹਨਾਂ ਕੌਮੀ ਝੰਡਾ ਲਹਿਰਾਇਆ। ਉਹਨਾਂ ਮਾਰਚ ਪਾਸਟ ਤੋਂ ਸਲਾਮੀ ਲਈ ਅਤੇ ਪੰਜਾਬ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਖ-ਵੱਖ ਖੇਤਰ ਵਿੱਚ ਬਿਹਤਰ ਕੰਮ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਦਿਵਿਆਂਗਾਂ ਵਿੱਚ ਟ੍ਰਾਈਸਾਈਕਲ ਵੰਡੇ ਗਏ। ਸਮਾਗਮ ਦੌਰਾਨ ਵਿਧਾਇਕ ਡਾਕਟਰ ਅਜੇ ਗੁਪਤਾ, ਵਿਧਾਇਕ ਡਾਕਟਰ ਇੰਦਰਬੀਰ ਸਿੰਘ ਨੇਚਰ, ਵਿਧਾਇਕ ਜੀਵਨਜੋਤ ਕੌਰ, ਵਿਧਾਇਕ ਡਾਕਟਰ ਜਸਬੀਰ ਸਿੰਘ ਸੰਧੂ, ਡੀਆਈਜੀ ਨਰਿੰਦਰ ਭਾਰਗਵ, ਏਡੀਸੀ ਹਰਪ੍ਰੀਤ ਸਿੰਘ, ਨਿਗਮ ਕਮਿਸ਼ਨਰ ਰਾਹੁਲ, ਡੀਸੀਪੀ ਪਰਮਿੰਦਰ ਸਿੰਘ ਪੰਡਾਲ, ਐਸਡੀਐਮ ਮਨਕਵਲ ਸਿੰਘ ਸਮੇਤ ਕਈ ਅਧਿਕਾਰੀ ਮੌਜੂਦ ਸਨ। ਤੋਂ ਪਹਿਲਾਂ ਆਜ਼ਾਦੀ ਦੀ 76ਵੀਂ ਵਰ੍ਹੇਗੰਢ ਦੇ ਮੌਕੇ ਤੇ ਸਾਰੇ ਦੇਸ਼ ਵਾਸੀਆਂ ਨੂੰ, ਸਾਰੇ ਪੰਜਾਬ ਵਾਸੀਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਬਾਦ। ਔਰ ਜਿੰਨਾ ਵੀ ਲੋਕਾਂ ਨੇ ਦੇਸ਼ ਆਜ਼ਾਦ ਕਰਾਉਣ ਲਈ ਆਜ਼ਾਦੀ ਘੁਲਾਟੀਆਂ ਨੇ ਆਪਣੀਆਂ ਸ਼ਹਾਦਤ ਦਾ ਜਾਮ ਪੀਤਾ, ਉਹਨਾਂ ਸਾਰਿਆਂ ਨੂੰ ਮੈਂ ਕੋਟ ਨਮਨ ਕਰਦਾਂਗਾ। ਜਿੱਥੇ ਵੀ ਪੰਜਾਬ ਦੇ ਅੰਦਰ ਵੱਖ-ਵੱਖ ਥਾਵਾਂ ਦੇ ਉੱਤੇ ਹੜ੍ਹਾਂ ਦੇ ਕਾਰਨ ਵੱਡਾ ਨੁਕਸਾਨ ਹੋਇਆ, ਬਿਲਕੁਲ ਉਹਨਾਂ ਥਾਵਾਂ ਦੇ ਉੱਤੇ ਗਿਰਦਾਵਰੀ ਜਿਵੇਂ ਪਹੁੰਚ ਰਹੀ ਹੈ, ਉਸੇ ਤਰ੍ਹਾਂ ਸਾਰਿਆਂ ਨੂੰ ਪੈਸੇ ਮਿਲਣੇ। ਅੱਜ ਦੀ ਇਸ ਦੀ ਸ਼ੁਰੂਆਤ ਜਿਹੜੀ ਆ ਮੁਆਵਜ਼ਾ ਬਣਨ ਦੀ ਸ਼ੁਰੂਆਤ ਮਾਨਯੋਗ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਨੇ ਪਟਿਆਲੇ ਤੋਂ ਕੀਤੀ ਆ। ਸੋ ਬਿਲਕੁਲ ਇਕੱਲਾ ਪੈਸਾ ਜਿੱਥੇ ਵੀ ਨੁਕਸਾਨ ਹੋਇਆ ਅਸੀਂ ਪੰਜਾਬ ਦੇ ਲੋਕਾਂ ਦੀ ਭਰਪਾਈ ਕਰਨ ਲਈ ਵਚਨਬੱਧ ਹਾਂ। ਦੇਖੋ ਅੱਜ ਆਜ਼ਾਦੀ ਦਾ ਦਿਹਾੜਾ ਗਾ, ਸ਼ੁਭ ਦਿਹਾੜਾ ਗਾ, ਸੋ ਇਸ ਦੇ ਲਈ ਮੈਂ ਕਿਸੇ ਕੰਟਰੋਵਰਸੀ ਦੀ ਗੱਲ ਨਹੀਂ ਕਰੂੰਗਾ। ਸੋ ਮੇਰੀ ਤਾਂ ਸਾਰਿਆਂ ਨੂੰ ਇਹੀ ਬੇਨਤੀ ਆ, ਮਾਨਯੋਗ ਗਵਰਨਰ ਸਾਹਿਬ ਨੂੰ ਬੇਨਤੀ ਆ ਕਿ ਉਹ ਅੱਜ ਦੇ ਦਿਨ ਮੈਂ ਪ੍ਰਣ ਕਰਨ ਕਿ ਉਹ ਸੰਵਿਧਾਨ ਦਾ ਸਨਮਾਨ ਕਰਨ। ਆਜ਼ਾਦੀ ਦਿਹਾੜੇ ਦੇ ਮੌਕੇ ਤੇ ਤਰਨਤਾਰਨ ਵਿਖੇ ਆਯੋਜਿਤ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਨੇ ਕੌਮੀ ਝੰਡਾ ਲਹਿਰਾਇਆ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ। ਉਹਨਾਂ ਸੰਬੋਧਨ ਕਰਦਿਆਂ ਆਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ। ਸਕੂਲੀ ਵਿਦਿਆਰਥੀਆਂ ਨੇ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ। ਡਿਪਟੀ ਕਮਿਸ਼ਨਰ ਬਲਦੀਪ ਕੌਰ, ਐਸਐਸਪੀ ਗੁਰਮੀਤ ਸਿੰਘ ਚੌਹਾਨ ਅਤੇ ਐਸਡੀਐਮ ਰਜਨੀਸ਼ ਅਰੋੜਾ ਵੀ ਮੌਜੂਦ ਸਨ। ਅੱਜ ਅਸੀਂ ਦੇਸ਼ ਦੀ ਆਜ਼ਾਦੀ ਦੀ 76ਵੀਂ ਵਰ੍ਹੇਗੰਢ ਮਨਾ ਰਹੇ ਹਾਂ। ਇਸ ਮੌਕੇ ਮੈਂ ਆਪ ਸਭ ਨੂੰ ਹਾਰਦਿਕ ਵਧਾਈ ਦਿੰਦਾ ਹਾਂ। ਦੇਸ਼ ਦੀ ਆਜ਼ਾਦੀ ਲਈ ਚੱਲੀਆਂ ਵੱਖ-ਵੱਖ ਲਹਿਰਾਂ ਅਤੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ, ਸ਼ਹੀਦ ਰਾਜਗੁਰੂ, ਸ਼ਹੀਦ ਸੁਖਦੇਵ, ਸਰਦਾਰ ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ, ਮਦਨ ਲਾਲ ਢੀਂਗਰਾ ਜੀ, ਲਾਲਾ ਲਾਜਪਤ ਰਾਏ ਜੀ, ਦੀਵਾਨ ਸਿੰਘ ਕਾਲੇ ਪਾਣੀ ਅਤੇ ਹੋਰ ਆਜ਼ਾਦੀ ਘੁਲਾਟੀਆਂ ਵੱਲੋਂ ਸਮੇਂ-ਸਮੇਂ ਤੇ ਆਰੰਭੇ ਗਏ ਸੰਘਰਸ਼ਾਂ ਕਾਰਨ ਹੀ ਅੱਜ ਅਸੀਂ ਆਜ਼ਾਦ ਮੁਲਕ ਦੇ ਵਾਸੀ ਹਾਂ। ਆਜ਼ਾਦੀ ਸੰਘਰਸ਼ ਦੌਰਾਨ ਪੰਜਾਬੀਆਂ ਨੇ ਸਭ ਤੋਂ ਜ਼ਿਆਦਾ ਕੁਰਬਾਨੀਆਂ ਦਿੱਤੀਆਂ ਹਨ। ਸੂਬੇ ਦੇ ਲੋਕਾਂ ਵੱਲੋਂ ਦਿੱਤੇ ਅਥਾਹ ਪਿਆਰ ਸਦਕਾ ਮੁੱਖ ਮੰਤਰੀ ਬਣੇ ਸਰਦਾਰ ਭਗਵੰਤ ਸਿੰਘ ਮਾਨ ਨੇ ਜਿੱਥੇ ਆਪਣੇ ਅਹੁਦੇ ਦੀ ਸਹੁੰ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਚੁੱਕੀ, ਉੱਥੇ ਨਾਲ ਹੀ ਫੈਸਲਾ ਕੀਤਾ ਕਿ ਸਰਕਾਰੀ ਦਫ਼ਤਰਾਂ ਦੇ ਵਿੱਚ ਸ਼ਹੀਦ ਭਗਤ ਸਿੰਘ ਅਤੇ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਜੀ ਦੀਆਂ ਤਸਵੀਰਾਂ ਲਾਈਆਂ ਜਾਣ। ਇਨਕਮ ਟੈਕਸ ਵਿਭਾਗ ਵੱਲੋਂ ਆਜ਼ਾਦੀ ਦਿਹਾੜੇ ਦੇ ਮੌਕੇ ਤੇ ਇਨਕਮ ਟੈਕਸ ਦਫ਼ਤਰ ਵਿਖੇ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਚੀਫ ਕਮਿਸ਼ਨਰ ਇਨਕਮ ਟੈਕਸ ਜਹਾਂਜ਼ੇਬ ਅਖਤਰ ਨੇ ਕੌਮੀ ਝੰਡਾ ਲਹਿਰਾਇਆ, ਜਦਕਿ ਚੀਫ ਕਮਿਸ਼ਨਰ ਇਨਕਮ ਟੈਕਸ ਐਲਕੇ ਅਗਰਵਾਲ ਉਚੇਚੇ ਤੌਰ ਤੇ ਮੌਜੂਦ ਸਨ। ਆਜ਼ਾਦੀ ਦਿਹਾੜੇ ਮੌਕੇ ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਆਏ ਹੋਏ ਮਹਿਮਾਨਾਂ ਨੂੰ ਇਨਕਮ ਟੈਕਸ ਵਿਭਾਗ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਮਿਸ਼ਨਰ ਇਨਕਮ ਟੈਕਸ ਬਲਵਿੰਦਰ ਕੌਰ, ਐਡੀਸ਼ਨਲ ਕਮਿਸ਼ਨਰ ਰਤਿੰਦਰ ਕੌਰ, ਜੁਆਇੰਟ ਕਮਿਸ਼ਨਰ ਐਸਐਮ ਸੁਰਿੰਦਰਨਾਥ, ਜੁਆਇੰਟ ਕਮਿਸ਼ਨਰ ਹਿਮਾਂਸ਼ੂ ਚੌਹਾਨ, ਡਿਪਟੀ ਕਮਿਸ਼ਨਰ ਆਦਿਤਿਆ ਪ੍ਰਕਾਸ਼, ਡਿਪਟੀ ਕਮਿਸ਼ਨਰ ਕੁਰੀਤੀ ਪਟੇਲ, ਅਸਿਸਟੈਂਟ ਕਮਿਸ਼ਨਰ ਵਿਕਾਸ ਕੁਮਾਰ ਅਤੇ ਅਸਿਸਟੈਂਟ ਕਮਿਸ਼ਨਰ ਅੰਕਿਤ ਕੁਮਾਰ, ਆਈਟੀਓ ਹਰਮੇਸ਼ ਗਰਗ ਅਤੇ ਆਈਟੀਓ ਰਾਜਕੁਮਾਰ ਸਮੇਤ ਸਾਰੇ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।
आयकर विभाग और हमारे साथी कस्टम्स और जीएसटी विभाग की तरफ से हम सारे देशवासियों को बहुत बहुत मुबारकबाद भेजते हैं इस पावन पर्व पर। और हम इस देश के लिए एक कॉमन रिजॉल्व रखने की बात करते हैं। दिस इज़ फॉर वन ड्रीम, वन एफर्ट, एक मैत्री और एक मन और एक दिमाग। इसके साथ अगर हम लगें तो ये 5 ट्रिलियन वाली इकोनॉमी क्या चीज़ है। हम डबल डिजिट, ट्रिपल डिजिट की बातें ट्रिलियंस में बहुत जल्दी कर सकते हैं, क्योंकि ये देश में टैलेंट की कमी, रिसोर्स की कमी, ऊर्जा की कमी बिल्कुल भी नहीं है। सिर्फ सबको इकट्ठे आने की कमी है। और वो हम प्रण लेते हैं आज की तारीख में कि हम बनेंगे साथ तो देश बनाएंगे साथ। आज हम लोग 77वें स्वतंत्रता दिवस की मना रहे हैं कि हम लोग मिलजुल के रहें और देश की तरक्की में और देश के भविष्य के लिए अपना पूरा योगदान दें। और भारतवर्ष जो है आने वाले समय में दुनिया का सबसे सर्वोच्च राष्ट्र बने। कितनी अच्छी तरह ऑर्गेनाइज किया गया और देशभक्ति के गाने और देशभक्ति लोगों में जागृत की गई। और ये हमारा बहुत ही महत्वपूर्ण ऑफिस की तरफ से योगदान रहा है। पूरे देश ਦੇ ਵਿੱਚ ਆਜ਼ਾਦੀ ਦਾ ਦਿਹਾੜਾ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਉੱਥੇ ਇਨਕਮ ਟੈਕਸ ਡਿਪਾਰਟਮੈਂਟ ਅੰਮ੍ਰਿਤਸਰ ਵੱਲੋਂ ਵੀ ਇਨਕਮ ਟੈਕਸ ਦਫ਼ਤਰ ਵਿਖੇ ਆਜ਼ਾਦੀ ਦਿਹਾੜੇ ਸੰਬੰਧੀ ਸਮਾਗਮ ਦਾ ਆਯੋਜਨ ਕੀਤਾ ਗਿਆ। ਕੌਮੀ ਝੰਡਾ ਲਹਿਰਾਇਆ ਗਿਆ ਅਤੇ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਕੰਮ ਕਰਨ ਦੀ ਜਿੱਥੇ ਸ਼ਪਥ ਲਈ ਗਈ, ਉੱਥੇ ਪੂਰੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ ਵੀ ਦਿੱਤੀ ਗਈ। ਕੈਮਰਾਮੈਨ ਰਾਕੇਸ਼ ਕੁਮਾਰ ਨਾਲ ਸੰਦੀਪ ਸਾਲ, ਫਾਸਟ ਨਿਊਜ਼ ਅੰਮ੍ਰਿਤਸਰ। ਆਜ਼ਾਦੀ ਦਿਹਾੜੇ ਦੇ ਮੌਕੇ ਤੇ ਹੋਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਾਮਧੇਨੂ ਗੌਧਾਮ ਟਰਸਟ ਦੀ ਗੌਸ਼ਾਲਾ ਦੇ ਸੰਸਥਾਪਕ ਮਾਨਯੋਗ ਮੈਤਰੀ ਦਾਦਾ ਸ਼੍ਰੀ ਜੀ ਨੂੰ ਸਨਮਾਨਿਤ ਕੀਤਾ ਗਿਆ। ਮੈਤਰੀ ਦਾਦਾ ਸ਼੍ਰੀ ਜੀ ਦਾ ਇਹ ਸਨਮਾਨ ਸੁਖਮ੍ਰਿਤ ਸਿੰਘ ਅਤੇ ਮੋਹਿਤ ਕੁਮਾਰ ਨੇ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਤੋਂ ਪ੍ਰਾਪਤ ਕੀਤਾ। ਇਸ ਮੌਕੇ ਤੇ ਡਿਪਟੀ ਕਮਿਸ਼ਨਰ ਅਮਿਤ ਤਲਵਾਰ, ਡੀਆਈਜੀ ਨਰਿੰਦਰ ਭਾਰਗਵ ਵੀ ਮੌਜੂਦ ਸਨ। ਅਤੇ ਦੱਸਣਯੋਗ ਹੈ ਕਿ ਕਾਮਧੇਨੂ ਗੌਧਾਮ ਟਰਸਟ ਦੀ ਨਾਰਾਇਣਗੜ੍ਹ ਵਿਖੇ ਸਥਿਤ ਗੌਸ਼ਾਲਾ ਵਿੱਚ ਬਿਨਾਂ ਕਿਸੇ ਸਰਕਾਰੀ ਸਹਾਇਤਾ ਬਿਮਾਰ ਅਤੇ ਜ਼ਖਮੀ ਗਊਆਂ ਦੀ ਸੰਭਾਲ ਅਤੇ ਇਲਾਜ ਬਿਹਤਰ ਢੰਗ ਨਾਲ ਕੀਤਾ ਜਾਂਦਾ ਹੈ। ਘੜੇ ਵਾਲੇ ਉੱਚੇ ਬਣ ਦਿੱਤੀ ਆ, ਉਹਨਾਂ ਦਾ ਗੁਰਦੁਆਰੇ ਪੜ੍ਹਨਾ ਉੱਚੇ, ਉਹਨਾਂ ਦਾ ਅਨੈਤ ਮਸੀਹੀ ਅੱਖਾਂ ਦੇ ਕੈਂਪ ਤੇ ਬੁਢਾਪਾ ਪੈਨਸ਼ਨ ਕੈਂਪ ਲਾਉਣ ਵਿੱਚ ਸਹਾਇਤਾ। ਨਗਰ ਨਿਗਮ ਦਫ਼ਤਰ ਵਿਖੇ ਆਜ਼ਾਦੀ ਦਿਹਾੜਾ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਬੰਧ ਵਿੱਚ ਹੋਏ ਸਮਾਗਮ ਦੌਰਾਨ ਨਗਰ ਨਿਗਮ ਕਮਿਸ਼ਨਰ ਰਾਹੁਲ ਨੇ ਕੌਮੀ ਝੰਡਾ ਲਹਿਰਾਇਆ ਅਤੇ ਸ਼ਹਿਰ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ। ਉਹਨਾਂ ਆਖਿਆ ਕਿ ਯਕੀਨੀ ਬਣਾਇਆ ਜਾਵੇਗਾ ਕਿ ਲੋਕਾਂ ਨੂੰ ਨਗਰ ਨਿਗਮ ਵੱਲੋਂ ਬਿਹਤਰ ਸੇਵਾ ਪ੍ਰਦਾਨ ਕੀਤੀ ਜਾਵੇਗੀ। ਜੁਆਇੰਟ ਕਮਿਸ਼ਨਰ ਹਰਦੀਪ ਸਿੰਘ ਸਮੇਤ ਕਈ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ। स्वतंत्रता दिवस के दिहाड़े ते हाजिर हुए सारे म्यूनसिपल कॉरपोरेशन अमृतसर के ऑफिसर्स, स्टाफ मैंबर्स दे फैमिलीज ते उन्हां नाल एक छोटे बच्चे, बहुत बधाई। अपनी अमृतसर की टीम जिन्हें शहर नूं साफ सफाई दे नाल चंगे तरीके नाल चलाउण दा बेड़ा चुक्या होया है। विधायक डॉक्टर अजय गुप्ता ने अपने दफ्तर विखे आजादी दिहाड़े ते कौमी झंडा लहराया ਅਤੇ ਹਲਕਾ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ। ਕਈ ਲੋਕ ਇਸ ਮੌਕੇ ਤੇ ਮੌਜੂਦ ਸਨ। ਹਿੰਦੁਸਤਾਨ ਦੀ ਆਜ਼ਾਦੀ ਦਾ ਜਿਹੜਾ ਪੂਰੇ ਹਿੰਦੁਸਤਾਨ ਦੇ ਵਿੱਚ ਜਸ਼ਨ ਮਨਾਇਆ ਜਾ ਰਿਹਾ, ਉਸ ਜਸ਼ਨ ਦੀ 76ਵੀਂ ਵਰਸ਼ਗਾਂਠ ਤੇ ਮੈਂ ਪੂਰੇ ਹਿੰਦੁਸਤਾਨੀਆਂ ਨੂੰ, ਦੇਸ਼ ਵਾਸੀਆਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ। ਔਰ ਅਸੀਂ ਸਾਰੇ ਅੱਜ ਇਹ ਪ੍ਰਣ ਕਰਦੇ ਹਾਂ ਕਿ ਜਿਹੜਾ ਸੁਪਨਾ ਸਾਡੇ ਸ਼ਹੀਦਾਂ ਨੇ ਸੰਜੋਇਆ ਸੀਗਾ, ਸਾਡੇ ਆਜ਼ਾਦੀ ਦੇ ਗੁਲਾਟੀਆਂ ਨੇ ਜਿਹੜਾ ਸੁਪਨਾ ਸੰਜੋਇਆ ਸੀਗਾ, ਉਸ ਨੂੰ ਪੂਰਾ ਕਰਨ ਲਈ ਅਸੀਂ ਆਪਣਾ ਖੂਨ ਪਸੀਨਾ ਜਿਹੜਾ ਉਹ ਇੱਕ ਕਰ ਦਿਆਂਗੇ। ਆਜ਼ਾਦੀ ਦਿਹਾੜੇ ਦੇ ਮੌਕੇ ਤੇ ਨਾਰਾਇਣਗੜ੍ਹ ਵਿਖੇ ਵਿਧਾਇਕ ਡਾਕਟਰ ਜਸਬੀਰ ਸਿੰਘ ਸੰਧੂ ਨੇ ਤਿਰੰਗਾ ਫਹਿਰਾਇਆ ਅਤੇ ਦੇਸ਼ ਭਗਤੀ ਦੇ ਗੀਤ ਗਾਏ। ਅਰਵਿੰਦ ਪਕਨਾ, ਕੁਲਵੰਤ ਸਿੰਘ, ਪ੍ਰਭਜੋਤ ਸਿੰਘ ਵੀ ਮੌਜੂਦ ਸਨ। ਭਾਰਤ ਦੇ 76ਵੇਂ ਆਜ਼ਾਦੀ ਦਿਹਾੜੇ ਦੇ ਮੌਕੇ ਤੇ ਮੈਂ ਅੱਜ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਤੇ ਆਸ ਕਰਦੇ ਹਾਂ ਕਿ ਆਪਾਂ ਪੰਜਾਬ ਨੂੰ, ਭਾਰਤ ਨੂੰ ਇਹੋ ਜਿਹੀਆਂ ਤਰੱਕੀਆਂ ਤੇ ਬੁਲੰਦੀਆਂ ਤੇ ਲੈ ਕੇ ਜਾਈਏ ਜਿਹਦੇ ਨਾਲ ਦੁਨੀਆ ਦੇ ਵਿੱਚ ਸਾਡਾ ਜਿਹੜਾ ਨਾਮ ਉੱਚਾ ਹੋਵੇ। ਸੋ ਸ਼ਹੀਦਾਂ, ਲੱਖਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਦੇ ਨਾਲ ਸਾਡਾ ਇਹ ਦੇਸ਼ ਆਜ਼ਾਦ ਹੋਇਆ। ਅੱਜ ਉਹਨਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ ਅਸੀਂ ਨਮਨ ਕਰਦੇ ਉਹਨਾਂ ਨੂੰ ਤੇ ਆਪਣੇ ਸੋਹਣੇ ਵਤਨ ਪੰਜਾਬ ਇੰਡੀਆ ਨੂੰ ਅਸੀਂ
ਤਰੱਕੀ ਦੀਆਂ ਬੁਲੰਦੀਆਂ ਤੇ ਲੈ ਕੇ ਜਾਵਾਂਗੇ। ਸਾਨੂੰ ਲੋੜ ਹੈ ਏਕਤਾ ਦੀ, ਸਾਨੂੰ ਲੋੜ ਹੈ ਯੂਨਿਟੀ ਦੀ। ਸੋ ਅਸੀਂ ਸਾਰੇ ਅੱਜ ਇੰਡੀਆ ਗੇਟ ਬਾਈਪਾਸ ਅਟਾਰੀ ਰੋਡ ਤੇ ਇਕੱਠੇ ਹੋਏ ਹਾਂ। ਤਿਰੰਗੇ ਝੰਡੇ ਨੂੰ ਸਲਾਮੀ ਦਿੱਤੀ ਗਈ ਹੈ। ਅੱਜ 15 ਅਗਸਤ ਦੇ 77ਵੇਂ ਆਜ਼ਾਦੀ ਦਿਵਸ ਦੇ ਉੱਤੇ ਅਸੀਂ ਅੱਜ ਇੰਡੀਆ ਗੇਟ ਦੇ ਉੱਪਰ ਇਕੱਠੇ ਹੋਏ ਹਾਂ। ਜਿਸ ਪ੍ਰੋਗਰਾਮ ਦੇ ਉੱਪਰ ਡਾਕਟਰ ਜਸਬੀਰ ਸਿੰਘ ਜੀ MLA ਹਲਕਾ ਪੱਛਮੀ ਵੱਲੋਂ ਸ਼ਿਰਕਤ ਕੀਤੀ ਗਈ ਆ ਤੇ ਝੰਡਾ ਚੜਾਉਣ ਦੀ ਅੱਜ ਰਸਮ ਅਦਾ ਕੀਤੀ ਗਈ ਆ। ਆਜ਼ਾਦੀ ਦਿਹਾੜੇ ਦੇ ਮੌਕੇ ਤੇ ਜ਼ਿਲ੍ਹਾ ਭਾਰਤੀ ਜਨਤਾ ਪਾਰਟੀ ਵੱਲੋਂ ਪਾਰਟੀ ਦੇ ਦਫ਼ਤਰ ਖੰਨਾ ਸਮਾਰਕ ਵਿਖੇ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕੌਮੀ ਝੰਡਾ ਲਹਿਰਾਇਆ ਗਿਆ ਅਤੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ ਗਈ। ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਹੋਏ ਸਮਾਗਮ ਦੌਰਾਨ ਸਾਬਕਾ ਸਾਂਸਦ ਸ਼ਵੇਤ ਮਲਿਕ, ਸਾਬਕਾ ਮੰਤਰੀ ਡਾਕਟਰ ਬਲਦੇਵ ਰਾਜ ਚਾਵਲਾ, ਸਾਬਕਾ ਮੰਤਰੀ ਲక్ష్ਮੀ ਕਾਂਤਾ ਚਾਵਲਾ, ਸਾਬਕਾ ਵਿਧਾਇਕ ਹਰਜਿੰਦਰ ਸਿੰਘ ਠੇਕੇਦਾਰ, ਪ੍ਰਦੇਸ਼ ਸਕੱਤਰ ਰਾਜੇਸ਼ ਹਣੀ, ਰਜਿੰਦਰ ਮੋਹਨ ਸਿੰਘ ਚੀਨਾ, ਸੁਭਾਸ਼ ਨਰੂਲਾ, ਰਾਕੇਸ਼ ਗਿੱਲ, ਰਾਕੇਸ਼ ਸ਼ਰਮਾ ਅਤੇ ਯਸ਼ਪਾਲ ਚੋਰੀ ਸਮੇਤ ਕਈ ਲੋਕ ਮੌਜੂਦ ਸਨ। ਇਹ ਅੱਜ 15 ਅਗਸਤ ਸਵੇਰੇ ਆਜ਼ਾਦੀ ਦਿਵਸ ਹੈ। ਅੱਜ ਮੈਂ ਸਮਝਦਾ ਹਾਂ ਕਿ ਬਹੁਤ ਵੱਡਾ ਤਿਉਹਾਰ ਹੈ ਸਾਡੇ ਵਾਸਤੇ। ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ, ਅਸੀਂ ਹਰ ਸਾਲ ਦੀ ਤਰ੍ਹਾਂ ਇੱਥੇ ਖੰਨਾ ਸਮਾਰਕ ਆਪਣੇ BJP ਕਾਰਜਾਲੇ ਦੇ ਵਿੱਚ ਝੰਡਾ ਲਹਿਰਾਉਂਦੇ ਹਾਂ ਔਰ ਸਾਨੂੰ ਗਰਵ ਹੈ ਕਿ ਅਸੀਂ ਸਾਡੇ ਬਹੁਤ ਹੀ ਸਤਿਕਾਰਯੋਗ, ਮਾਨਯੋਗ ਸਾਡੇ ਯਸ਼ਸਵੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਜਿਹੜੀ ਸਰਕਾਰ ਹੈ, ਉਹਨਾਂ ਨੇ ਇੱਕ ਹਾਂ ਦਿੱਤਾ ਕਿ ਹਰ ਘਰ ਤਿਰੰਗਾ, ਹਰ ਘਰ ਦੇ ਵਿੱਚ ਤਿਰੰਗਾ ਲੱਗੇਗਾ। ਆਜ਼ਾਦੀ ਦਿਹਾੜੇ ਦੇ ਸਬੰਧ ਵਿੱਚ ਸੀਮਾ ਸੁਰੱਖਿਆ ਬਲ ਵੱਲੋਂ ਤਿਰੰਗਾ ਲਹਿਰਾਇਆ ਗਿਆ ਅਤੇ ਭਾਰਤ ਪਾਕਿਸਤਾਨ ਅਟਾਰੀ ਸਰਹੱਦ ਤੇ ਖੁਸ਼ੀ ਜ਼ਾਹਿਰ ਕਰਦਿਆਂ ਜਵਾਨਾਂ ਨੂੰ ਮਿਠਾਈ ਭੇਂਟ ਕੀਤੀ ਗਈ। ਆਜ਼ਾਦੀ ਦਿਹਾੜੇ ਤੇ ਸੀਮਾ ਸੁਰੱਖਿਆ बल के DIG संजय गौर ने समूह देशवासियों को बधाई दी। आज हम सब इस सरहद पर अपने वीर प्रहरियों के साथ राष्ट्र का 77वां स्वतंत्रता दिवस मनाने के लिए इकट्ठे हुए हैं। भारत के लिए स्वतंत्रता दिवस केवल एक पर्व ही नहीं बल्कि गौरव और सम्मान है। यह दिवस हर भारतीयों का अभिमान है। आज विश्व भारत की तरफ गर्व एवं अपेक्षा से देख रहा है तथा अपने अपने समस्याओं का समाधान भारत की धरती पर खोजने लगा है। विश्व की इस सोच में परिवर्तन भारत की 75 साल की यात्रा का परिणाम है। आजादी दिहाड़े के मौके ते साबका मंत्री ते पंजाब भारतीय जनता पार्टी के मीत प्रधान डॉक्टर राजकुमार ने जलियांवाला बाग विखे तिरंगा फहराया ਅਤੇ ਸ਼ਹੀਦਾਂ ਨੂੰ ਨਮਨ ਕੀਤਾ। ਉਹਨਾਂ ਲੋਕਾਂ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ। ਇਸ ਮੌਕੇ ਤੇ ਦੇਸ਼ ਭਗਤੀ ਦੇ ਗੀਤ ਵੀ ਗਾਏ ਗਏ। ਦੇਸ਼ ਆਪਣਾ 77ਵਾਂ ਦਿਵਸ ਜਿਹੜਾ ਸੁਤੰਤਰਤਾ ਦਿਵਸ ਉਹ ਮਨਾ ਰਹੇ। ਅੱਜ ਦਾ ਦਿਨ ਅਸੀਂ ਜਲਿਆਂਵਾਲੇ ਬਾਗ ਦੀ ਇਹ ਪਾਵਨ ਧਰਤੀ, ਪਾਵਨ ਮਿੱਟੀ ਨੂੰ ਮੱਥੇ ਲਗਾ ਕੇ ਤੇ ਅੱਜ ਇਹ ਦੇਸ਼ ਦਾ ਤਿਰੰਗਾ ਫਹਿਰਾਇਆ। ਅੱਜ ਜਲਿਆਂਵਾਲਾ ਬਾਗ ਸਾਨੂੰ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਅਸੀਂ ਕਿੰਨੀਆਂ ਕੁਰਬਾਨੀਆਂ ਦੇ ਕੇ ਇਹ ਦੇਸ਼ ਨੂੰ ਆਜ਼ਾਦ ਕਰਵਾਇਆ ਹੈ। ਸਾਡੀ ਸਰਹੱਦਾਂ ਤੇ ਜਾਬਾਜ਼ ਸਿਪਾਹੀ, ਸਰਹੱਦਾਂ ਤੇ ਸਾਡੇ ਫੌਜੀ ਜਵਾਨ ਉਹ ਸੁਰੱਖਿਆ ਦਾ ਹੁੰਗਾਰਾ ਭਰ ਰਹੇ ਹੈ। ਆਪਣੇ ਘਰ-ਬਾਰ ਨੂੰ ਛੱਡ ਕੇ ਸਾਡੀ ਸੁਰੱਖਿਆ ਵਾਸਤੇ ਉਹ ਜਾਬਾਜ਼ ਲੜ ਰਹੇ ਹੈ। ਅੱਜ ਦੇ ਦਿਨ ਅਸੀਂ ਉਹਨਾਂ ਨੂੰ ਨਮਨ ਕਰਦੇ ਹਾਂ। ਅੱਜ ਦੇ ਦਿਨ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਭਾਈ ਮੋਦੀ ਨੇ ਅੱਜ ਦੇਸ਼ ਦਾ ਤਿਰੰਗਾ ਲਾਲ ਕਿਲੇ ਤੋਂ ਫਹਿਰਾ ਕੇ ਦੇਸ਼ ਦੇ ਲੋਕਾਂ ਨੂੰ ਸੁਰੱਖਿਆ ਦਾ ਯਕੀਨ ਬਣਾਇਆ ਹੈ। ਸ਼੍ਰੀ ਦੁਰਗਿਆਨਾ ਤੀਰਥ ਵਿਖੇ ਸ਼੍ਰੀ ਦੁਰਗਿਆਨਾ ਕਮੇਟੀ ਵੱਲੋਂ ਆਜ਼ਾਦੀ ਦਿਹਾੜੇ ਦੇ ਸੰਬੰਧ ਵਿੱਚ ਕਰਵਾਏ ਗਏ ਸਮਾਗਮ ਦੌਰਾਨ ਪ੍ਰਧਾਨ ਲక్ష్ਮੀ ਕਾਂਤਾ ਚਾਵਲਾ ने झंडा फहराया। राकेश शर्मा, रोमी चोपड़ा, हरीश खन्ना, मोनू महाजन भी मौजूद सन। आज का दिन जो है वो हमारे लिए, दुनिया भर में बसे हिंदुस्तानियों के लिए बहुत महत्वपूर्ण है। दिवाली से भी ज़्यादा, बैसाखी से भी ज़्यादा, देवी देवताओं के जन्मदिन, त्यौहार, प्रकट दिवस से भी ज़्यादा, सबसे ज़्यादा महत्वपूर्ण है। क्योंकि देश आज़ाद रहेगा तभी हमारे मंदिर, हमारे गुरुद्वारे, हमारे मस्जिद, हमारे चर्च, हमारे पूजा स्थान, धर्म स्थान ये तभी सुरक्षित रहेंगे जब तिरंगा लहराता रहता है, भारत माता की जय होती रहती है। हम लंबी गुलामी के बाद स्वतंत्र हुए, वैसे हम हारे कभी नहीं, हम लड़ते रहे। कभी शिवाजी लड़े, कभी महाराणा प्रताप लड़े, शुरू में पोरस लड़ा, अंग्रेज़ों से भी लड़े, रानी झांसी लड़ी, दुर्गावती लड़ी, चन्ना माँ ने संघर्ष किया, भगत सिंह, सुखदेव, राजगुरु, मदन लाल ढींगरा, पटकेश्वर दत्त, एक नहीं लाखों लोगों ने प्राण दिए, रानी झांसी ने प्राण दिए।
तो उसके बाद हमें ये स्वतंत्रता अपनी मिली है। ਅਜਨਾਲਾ ਵਿਖੇ ਆਜ਼ਾਦੀ ਦਿਹਾੜੇ ਤੇ ਸਮਾਗਮ ITI ਗਰਾਊਂਡ ਵਿਖੇ ਆਯੋਜਿਤ ਕੀਤਾ ਗਿਆ। SDM ਅਜਨਾਲਾ ਰਵਿੰਦਰਪਾਲ ਸਿੰਘ ਨੇ ਕੌਮੀ ਝੰਡਾ ਲਹਿਰਾਇਆ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ ਉਹਨਾਂ ਲੋਕਾਂ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ। ਵਿਦਿਆਰਥੀਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ। मैं आप सब ਨੂੰ ਹਾਰਦਿਕ ਵਧਾਈ ਦਿੰਦਾ ਹਾਂ। ਦੇਸ਼ ਦੀ ਆਜ਼ਾਦੀ ਲਈ ਚੱਲੀਆਂ ਵੱਖ-ਵੱਖ ਲਹਿਰਾਂ ਅਤੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ, ਸਰਦਾਰ ਕਰਤਾਰ ਸਿੰਘ ਸਰਾਭਾ, ਸ਼ਹੀਦ ਉੱਤਮ ਸਿੰਘ, ਮਦਨ ਲਾਲ ਢੀਂਗਰਾ, ਲਾਲਾ ਲਾਜਪਤ ਰਾਏ, ਦੀਵਾਨ ਸਿੰਘ ਕਾਲੇਪਾਨੀ ਅਤੇ ਹੋਰ ਆਜ਼ਾਦੀ ਘੁਲਾਟੀਆਂ ਵੱਲੋਂ ਸਮੇਂ-ਸਮੇਂ ਤੇ ਆਰੰਭੇ ਗਏ ਸੰਘਰਸ਼ਾਂ ਕਾਰਨ ਹੀ ਅੱਜ ਅਸੀਂ ਆਜ਼ਾਦ ਮੁਲਕ ਦੇ ਵਾਸੀ ਹਾਂ। ਵਿਧਾਨ ਸਭਾ ਹਲਕਾ ਅਟਾਰੀ ਵਿਖੇ ਵਿਧਾਇਕ ਜਸਵਿੰਦਰ ਸਿੰਘ ਰਮਦਾਸ ਦੀ ਪਤਨੀ ਪ੍ਰਭਾ ਸੰਧੂ ਨੇ ਮੁਹੱਲਾ ਕਲੀਨਿਕ ਦੀ ਸ਼ੁਰੂਆਤ ਕੀਤੀ। ਇਲਾਕਾ ਵਾਸੀਆਂ ਨੇ ਇਸ ਕਲੀਨਿਕ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਗੁਰਸ਼ਰਨ ਸਿੰਘ, ਮਨਜੀਤ ਸਿੰਘ, ਸੀਮਾ ਸੋਢੀ ਵੀ ਮੌਜੂਦ ਸਨ। ਗ੍ਰੀਨ ਐਵੀਨਿਊ ਵੈਲਫੇਅਰ ਐਸੋਸੀਏਸ਼ਨ ਵੱਲੋਂ ਗ੍ਰੀਨ ਐਵੀਨਿਊ ਪਾਰਕ ਵਿਖੇ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਕੌਮੀ ਝੰਡਾ ਲਹਿਰਾਇਆ ਗਿਆ ਅਤੇ ਦੇਸ਼ ਭਗਤੀ ਦੇ ਗੀਤ ਗਾਏ ਗਏ। ਹਰਭੁਪਿੰਦਰ ਸਿੰਘ ਨੰਦਾ, ਪਵਨ ਸ਼ਰਮਾ, ਕੇਵਲ ਕ੍ਰਿਸ਼ਨ ਪੱਪੀ, ਸ਼ਾਮ ਕਪੂਰ, ਸੰਦੀਪ ਗੁਪਤਾ ਸਮੇਤ ਕਈ ਲੋਕ ਮੌਜੂਦ ਸਨ। ਇਹ ਅੱਜ ਆਜ਼ਾਦੀ ਦਾ ਦਿਵਸ ਹੈ। ਹਰ ਸਾਲ ਦੀ ਤਰ੍ਹਾਂ ਅਸੀਂ ਗ੍ਰੀਨ ਐਵਨਿਊ ਵੈਲਫੇਅਰ ਐਸੋਸੀਏਸ਼ਨ ਦੇ ਸਾਰੇ ਮੈਂਬਰ ਇੱਥੇ ਰਲ ਕੇ ਇਸ ਡਾਕਟਰ ਬਲਦੇਵ ਪ੍ਰਕਾਸ਼ ਪਾਰਕ ਵਿੱਚ ਆਜ਼ਾਦੀ ਦਾ ਦਿਵਸ ਮਨਾਉਂਦੇ ਆ, ਝੰਡਾ ਲਹਿਰਾਉਂਦੇ ਆ। ਸੋ ਇਹ ਇੱਕ ਮੇਰੇ ਸਾਰੇ ਅੰਮ੍ਰਿਤਸਰ ਨਿਵਾਸੀਆਂ ਵਾਸਤੇ ਇੱਕ ਹੱਥ ਜੋੜ ਕੇ ਬੇਨਤੀ, ਜਿਸ ਤਰ੍ਹਾਂ ਅਸੀਂ ਆਪਣੇ ਇਲਾਕੇ ਦੇ ਵਿੱਚ ਹਰ ਘਰ ਦੇ ਵਿੱਚ ਸ਼੍ਰੀ ਨਰਿੰਦਰ ਮੋਦੀ ਜੀ ਦੇ, ਸਾਡੇ ਪ੍ਰਧਾਨ ਮੰਤਰੀ ਜੀ ਦੇ ਹਾਨ 'ਤੇ ਹਰ ਘਰ ਦੇ ਵਿੱਚ ਅਸੀਂ ਆਪਣਾ ਤਿਰੰਗਾ ਲਹਿਰਾਉਂਦੇ ਹਾਂ। ਇਸ ਤਰ੍ਹਾਂ ਸਾਰੀਆਂ ਕਲੋਨੀਆਂ ਨੂੰ, ਸਾਰੇ ਇਲਾਕਿਆਂ ਨੂੰ ਇਸ ਤਰ੍ਹਾਂ ਆਜ਼ਾਦੀ ਦਿਵਸ ਮਨਾਉਣਾ ਚਾਹੀਦਾ। ਨਗਰ ਕੌਂਸਲ ਜੰਡਿਆਲਾ ਦੇ ਦਫ਼ਤਰ ਵਿਖੇ ਹੋਏ ਆਜ਼ਾਦੀ ਦਿਹਾੜਾ ਸਮਾਗਮ ਵਿੱਚ ਬਿਜਲੀ ਮੰਤਰੀ ਹਰਭਜਨ ਸਿੰਘ ETO ਦੀ ਮਾਤਾ ਜੀ ਸੁਰਿੰਦਰ ਕੌਰ ਨੇ ਝੰਡਾ ਲਹਿਰਾਇਆ ਅਤੇ ਪ੍ਰਧਾਨ ਸੰਜੀਵ ਕੁਮਾਰ ਲਵਲੀ ਨੇ ਉਹਨਾਂ ਨੂੰ ਸਨਮਾਨਿਤ ਕੀਤਾ। ਸ਼ਨਾਤ ਸਿੰਘ, ਸਤਿੰਦਰ ਸਿੰਘ, ਨਰੇਸ਼ ਪਾਠਕ, ਕੁਲਵੰਤ ਸਿੰਘ ਸਮੇਤ ਕਈ ਲੋਕ ਮੌਜੂਦ ਸਨ। ਸਾਡੇ ਹਲਕੇ ਜੰਡਿਆਲਾ ਦੇ ਸਾਡੇ ਸਤਿਕਾਰਯੋਗ ਕੈਬਨਿਟ ਮੰਤਰੀ ਹਰਭਜਨ ਸਿੰਘ ETO ਸਾਹਿਬ ਵੱਲੋਂ ਸਮੂਹ ਹਲਕਾ ਨਿਵਾਸੀਆਂ ਨੂੰ, ਸਮੂਹ ਪੰਜਾਬ ਨਿਵਾਸੀਆਂ ਨੂੰ ਤੇ ਸਮੂਹ ਦੇਸ਼ ਨਿਵਾਸੀਆਂ ਨੂੰ ਅੱਜ ਦੇ ਇਸ ਮੁਕੱਦਸ ਦਿਨ ਦੀ ਬਹੁਤ-ਬਹੁਤ ਮੁਬਾਰਕਾਂ। ਇਸ ਤਰ੍ਹਾਂ ਹੀ ਸਾਡੇ ਸਾਰੇ ਰਲ ਮਿਲ ਕੇ ਅਸੀਂ ਅੱਗੇ ਵੀ 26 ਜਨਵਰੀ, 15 ਅਗਸਤ ਹੋਰ ਵੀ ਤਿਉਹਾਰ ਜਿਹੜੇ ਆ ਇੱਥੇ ਮਨਾਉਂਦੇ ਆਏ ਆ ਤੇ ਇਸ ਤਰ੍ਹਾਂ ਹੀ ਅਸੀਂ ਮਨਾਉਂਦੇ ਰਵਾਂਗੇ। ਪ੍ਰਧਾਨ ਸਾਹਿਬ ਇੱਥੋਂ ਦੇ ਬਹੁਤ ਮੁੱਦਬਰ ਲੋਕ ਜਿਹੜੇ ਉਹ ਇਕੱਠੇ ਹੋਏ ਆ ਔਰ ਸਭ ਨੂੰ ਬੜੀ ਖੁਸ਼ੀ ਹੈ ਔਰ ਅਸੀਂ ਸਾਰੇ ਇਕੱਠੇ ਹੋ ਕੇ ਆਸ ਕਰਦੇ ਹਾਂ ਕਿ ਪੰਜਾਬ ਜਿਹੜਾ ਉਹ ਹਰਿਆ ਭਰਿਆ ਪੰਜਾਬ ਬਣੇ। DR ਐਨਕਲੇਵ ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨ 에ਅਰਪੋਰਟ ਰੋਡ ਵੱਲੋਂ ਆਯੋਜਿਤ ਸਮਾਗਮ ਦੌਰਾਨ ਐਸੋਸੀਏਸ਼ਨ ਦੇ ਚੀਫ ਪੈਟਰਨ ਅਤੇ ਸਾਬਕਾ ਵਿਧਾਇਕ ਤਰਸੇਮ ਸਿੰਘ DC ਨੇ ਕੌਮੀ ਝੰਡਾ ਲਹਿਰਾਇਆ। ਸਮੂਹ ਸ਼ਹਿਰ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ ਗਈ। ਪ੍ਰਧਾਨ ਸੰਦੀਪ ਸਿੱਕਾ, ਮੀਤ ਪ੍ਰਧਾਨ ਵਿਕਰਮ ਖਜੂਰੀਆ, ਪੈਟਰਨ ਸੰਤੋਸ਼ ਗੁਪਤਾ, परवीन चड्डा समेत कई लोग मौजूद सन। मुबारकबाद देना है क्योंकि बहुत ही खुशी के उल्लास भरिया दिन है और उस तो भी ज़्यादा खुशी ये है कि तुसी सारिਆਂ ने ਆਪਾਂ ਸਾਰਿਆਂ ਨੇ ਇਕੱਤਰ ਹੋ ਕੇ ਇਸ ਦਿਨ ਨੂੰ ਮਨਾਉਣ ਦਾ ਹੀਰਾ ਕੀਤਾ ਹੈ। ਬਹੁਤ ਜ਼ਰੂਰੀ ਹੁੰਦਾ ਹੈ ਉਹਨਾਂ ਨੂੰ ਯਾਦ ਕਰਨਾ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਇੱਥੇ ਸੁੱਖ ਦਾ ਸਾਹ ਲੈ ਰਹੇ ਹਾਂ, ਆਜ਼ਾਦੀ ਦਾ ਸਾਹ ਲੈ ਰਹੇ ਹਾਂ। ਅੱਜ ਇਹ ਪ੍ਰੋਗਰਾਮ ਕੀਤਾ ਜੀ ਤੇ ਇੱਥੇ ਸਾਰੇ ਇਕੱਠੇ ਹੋ ਕੇ ਅਸੀਂ ਇਹ ਉਪਰਾਲਾ ਕਰਦੇ ਹਾਂ ਕਿ ਸਾਰੇ ਪਿਆਰ ਨਾਲ, ਸਤਿਕਾਰ ਨਾਲ ਆਪਸ ਦੇ ਵਿੱਚ ਸੌਹਾਰਦ ਵਧਾਈਏ ਤੇ ਇਕੱਠੇ ਹੋ ਕੇ ਆਪਾਂ ਦੇਸ਼ ਦੇ ਪ੍ਰਤੀ ਜੋ ਕਰ ਸਕਦੇ ਹਾਂ ਉਹ ਕਰੀਏ। ਸੰਜੇ ਗਾਂਧੀ ਕਲੋਨੀ ਵਿਖੇ ਆਜ਼ਾਦੀ ਦਿਹਾੜੇ ਤੇ ਆਯੋਜਿਤ ਸਮਾਗਮ ਦੌਰਾਨ ਨਵਜੋਤ ਸਿੰਘ ਗਰੋਵਰ ਨੇ ਕੌਮੀ ਝੰਡਾ ਲਹਿਰਾਇਆ। ਪ੍ਰਧਾਨ ਬਿੱਟੂ ਨੇ ਮੁੱਖ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਜਗਨਨਾਥ, ਪਵਨ ਮਸੀ, ਤਰਸੇਮ ਸਿੰਘ ਸਮੇਤ ਕਈ ਲੋਕ ਮੌਜੂਦ ਸਨ। ਅੱਜ ਅਸੀਂ ਸੰਜੇ ਗਾਂਧੀ ਕਲੋਨੀ ਵਿਖੇ ਆਪਾਂ ਅੱਜ ਬੜੇ ਹੀ ਪਵਿੱਤਰ ਹਿਰਦੇ ਨਾਲ ਆਪਾਂ ਝੰਡਾ ਲਹਿਰਾਇਆ ਹੈ। ਮੈਂ ਕਹਿੰਦਾ ਮਹਾਰਾਜ ਕਿਰਪਾ ਕਰੇ ਸਾਡੇ ਹਿੰਦੁਸਤਾਨ ਦਾ ਝੰਡਾ ਇਸ ਤਰ੍ਹਾਂ ਹੀ ਸਾਰੇ ਵਰਲਡ ਵਾਈਡ ਲਹਿਰਾਉਂਦਾ ਰਹੇ ਤੇ ਜੋ ਕਿ ਸਾਡਾ ਦੇਸ਼ 15 ਅਗਸਤ ਨੂੰ ਬੜੇ ਹੀ ਤਿਉਹਾਰਾਂ ਵਾਂਗ ਮਨਾਉਂਦਾ ਹੈ। ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਅੱਜ ਇੱਕ ਆਪਾਂ ਸੰਕਲਪ ਲਈਏ। ਸਾਡਾ ਦੇਸ਼ ਆਜ਼ਾਦ ਹੋਏ ਨੂੰ ਬੜਾ ਹੀ ਸਾਲ ਹੋ ਚੁੱਕੇ ਆ
ਬੜੇ ਹੀ ਧੂਮਧਾਮ ਨਾਲ ਹੀ ਆਜ਼ਾਦੀ ਦਾ ਦਿਹਾੜਾ ਮਨਾਉਂਦੇ ਹਾਂ। ਪਰ ਮੈਂ ਅੱਜ ਜੋ ਮਹਿਸੂਸ ਕਰਦਾ, ਅਜੇ 2 ਚੀਜ਼ਾਂ ਨੇ ਜਿਹੜੀਆਂ ਸਾਡੇ ਦੇਸ਼ ਆਜ਼ਾਦ ਹੋਣ ਤੋਂ ਬਾਅਦ ਵੀ ਅਜੇ 2 ਕਮੀਆਂ ਨੇ। ਉਹ ਕਮੀਆਂ ਕੀ ਹੈ? ਸਾਡਾ ਦੇਸ਼ ਇੱਕ ਨਸ਼ੇ ਤੋਂ ਤੇ ਇੱਕ ਬੇਰੁਜ਼ਗਾਰੀ ਤੋਂ ਬਹੁਤ ਜੂਝ ਰਿਹਾ ਹੈ। ਪਰ ਅੱਜ ਦਾ ਦਿਹਾੜਾ ਬੜਾ ਖੁਸ਼ੀਆਂ ਤੇ ਭਾਗਾਂ ਵਾਲਾ ਦਿਹਾੜਾ ਹੈ, ਜੋ ਕਿ 15 ਅਗਸਤ ਨੂੰ ਸਾਡਾ ਦੇਸ਼ ਆਜ਼ਾਦ ਹੋਇਆ। ਔਰ ਮੈਂ ਅੱਜ ਦਾ ਮੈਸੇਜ ਲਾਉਣਾ ਚਾਹੁੰਦਾ ਕਿ ਜਿੱਦਾਂ ਸਾਡਾ ਦੇਸ਼ ਆਜ਼ਾਦ ਹੋਇਆ, ਉੱਦਾਂ ਤੁਸੀਂ ਵੀ ਆਪਣੇ ਨਸ਼ਿਆਂ ਤੋਂ ਆਜ਼ਾਦ ਹੋਵੋ, ਆਪਣੇ ਕੰਮਕਾਰ ਚਲਾਓ। ਫਾਸਟ ਵਿਦਾ ਫਿਲਮੀ ਚੈਨਲ ਨੰਬਰ 240 ਤੇ, ਫਾਸਟ ਮੂਵੀ ਚੈਨਲ ਨੰਬਰ 241 ਤੇ, ਫਾਸਟ ਮੈਟਰੋ ਚੈਨਲ ਨੰਬਰ 242 ਤੇ, ਫਾਸਟ ਮਿਊਜ਼ਿਕ ਚੈਨਲ ਨੰਬਰ 243 ਤੇ, ਗੁਰਦੁਆਰਾ ਸ਼ਹੀਦਾਂ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556, ਸ਼੍ਰੀ ਦੁਰਗਿਆਨਾ ਤੀਰਥ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 563 ਤੇ ਕੀਤਾ ਜਾ ਰਿਹਾ ਹੈ। ਮੰਦਿਰ ਲਾਲ ਭਵਨ ਮਾਡਲ ਟਾਊਨ ਵਿਖੇ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ। ਫਾਸਟ ਵੇ ਦੇ ਲੋਕਲ ਚੈਨਲਾਂ ਤੇ ਐਡਵਰਟਾਈਜ਼ਮੈਂਟ ਦੇਣ ਲਈ ਫੋਨ ਨੰਬਰ 7009338833 ਤੇ ਸੰਪਰਕ ਕੀਤਾ ਜਾ ਸਕਦਾ ਹੈ। ਸਮੁੱਚੇ ਸੰਸਾਰ ਦੇ ਵਿੱਚ 15 ਅਗਸਤ ਆਜ਼ਾਦੀ ਦਾ ਦਿਹਾੜਾ ਮਨਾਇਆ ਜਾਂਦਾ ਹੈ, ਜਿਸ ਦੇ ਚੱਲਦਿਆਂ ਲੋਕਾਂ ਵੱਲੋਂ ਸ਼ਹੀਦਾਂ ਦੀ ਧਰਤੀ ਜਲਿਆਂਵਾਲਾ ਬਾਗ ਵਿਖੇ ਪਹੁੰਚ ਕੇ ਸ਼ਹੀਦ ਯੋਧਿਆਂ ਨੂੰ ਸੱਚੀ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਸਾਡੀ ਫਾਸਟ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਲੋਕਾਂ ਵੱਲੋਂ ਦੱਸਿਆ ਗਿਆ ਕਿ ਅੱਜ ਜ਼ਰੂਰਤ ਹੈ ਨੌਜਵਾਨਾਂ ਨੂੰ ਆਪਣੇ ਦੇਸ਼ ਦੇ ਸ਼ਹੀਦਾਂ ਨੂੰ ਯਾਦ ਰੱਖਣ ਦੀ, ਅਤੇ ਉਹਨਾਂ ਸੁਨੇਹਾ ਦਿੱਤਾ ਕਿ ਮਾਪੇ ਆਪਣੇ ਬੱਚਿਆਂ ਨੂੰ ਸ਼ਹੀਦਾਂ ਦੀ ਧਰਤੀ ਜਲਿਆਂਵਾਲਾ ਬਾਗ ਵਿਖੇ ਜ਼ਰੂਰ ਲੈ ਕੇ ਆਉਣ, ਤਾਂ ਜੋ ਉਹਨਾਂ ਨੂੰ ਸ਼ਹੀਦਾਂ ਦੀ ਸ਼ਹਾਦਤ ਬਾਰੇ ਪਤਾ ਲੱਗ ਸਕੇ, जिन्हां दे करके असीं अज आज़ाद घूम रहे हैं। अभी फ़िलहाल हम फ्रांस में रहते हैं और इंडिया का नाम हम वहाँ पे भी हम मशहूर करते रहते हैं। इंडियन जितनी भी एक्टिविटीज़ होती हैं हम इंडिया में वहाँ पे सेलिब्रेट करते हैं, चाहे वो इंडिपेंडेंस डे हो, अपना होली, दिवाली या गुरु पर्व, सब हम वहाँ पे मनाते हैं। मैं और अपनी फैमिली की तरफ से, भालेराव फैमिली से ये कहना चाहता हूँ नौजवानों को, प्लीज़ देश की रिस्पेक्ट करो, वीर जवानों की रिस्पेक्ट करो जिन्होंने इतनी मुश्किल से हमें ये आज़ादी दिलाई है। सो प्लीज़ रिस्पेक्ट दम। आज हमें यहाँ पे आके बहुत अच्छा लग रहा है, बहुत अच्छे से हमने पूरा मैसेकर का देखा कि कैसे हुआ था, वीडियोस देखे, काफ़ी अच्छा फीलिंग है, पेट्रियाटिक फीलिंग है। Every year on 15 August, Independence Day is celebrated as a national holiday in India because on this day in 1947 we got independence from the British rule. Now we can enjoy our fundamental right. The Prime Minister of India hosts the national flag at Red Fort in Delhi. On this day we remember all the freedom fighters who sacrificed their lives for the freedom of India, like Mahatma Gandhi, Bhagat Singh, Subhash Chandra Bose, Rani Lakshmi Bai and others. We should be grateful to our freedom fighters. On this day everybody sings the national anthem, so it is our responsibility to preserve and respect this freedom. यूथ को मैं ये मैसेज देना चाहूँगी कि सबको एक बार यहाँ आके देखना चाहिए कैसे सारा हुआ था लोगों के साथ। बहुत अच्छा यहाँ पे बनाया गया है पूरा स्मारक और बहुत अच्छे से उनको सम्मानित किया गया है, जितने भी लोगों ने बलिदान दिया यहाँ पे। और देखने पे बहुत ज़्यादा दुख होता है लोगों के कि इतना कुछ किया ब्रिटिश लोगों ने उनके साथ बुरा। तो बस यही कहना चाहूँगी कि उनको सम्मान देना चाहिए यहाँ पे आके बहुत ज़्यादा। मेरा भारत देश महान, कुल दुनिया विच इसदी शान, इसते खातर वीर जवाना, हासा सवारियां अपनियां जाना, हिंदू मुस्लिम सिख ईसाई रल मिल के रे भाई भाई, गीता गुरु ग्रंथ महान, बाइबल पढ़िए पढ़िए कुरान, असियां गुरुवादी संतान, ਕੰਮ ਕੀਤਾ ਜਿਨ੍ਹਾਂ ਮਹਾਨ, ਜ਼ੁਲਮ ਵਿਰੋਧ ਚੁੱਕੀ ਕਿਰਪਾਨ, ਡਰਦੇ ਗੋਰੇ ਅਤੇ ਪਠਾਨ, ਸਦੀਆਂ ਅਸੀਂ ਗੁਲਾਮੀ ਝੇਲੀ, ਰਲ ਕੇ ਖੇਡੀ ਖੂਨ ਦੀ ਹੋਲੀ, ਫਿਰ ਵਿਨਾਸ਼ੀ ਰਤਾ ਵਿਤੋਲੇ, ਤੁਰ ਪਏ ਪਾ ਬਸੰਤੀ ਚੋਲੇ, ਜ਼ਾਲਮ ਨੂੰ ਅਸੀਂ ਸਬਕ सिखाया, अपना देश आज़ाद कराया। शहीदों की चिताओं पर लगेंगे हर बरस मेले, वतन पर मिटने वालों का यही बाकी निशान होगा। ਅੱਜ ਸਾਡੇ ਦੇਸ਼ ਨੂੰ ਆਜ਼ਾਦ ਹੋਏ ਪੂਰੇ 76 ਸਾਲ ਹੋ ਚੁੱਕੇ ਨੇ ਤੇ ਉਸ ਆਜ਼ਾਦੀ ਦੇ ਦਿਹਾੜੇ ਦੇ ਸੰਬੰਧ ਦੇ ਵਿੱਚ ਲੋਕ ਸ਼ਹੀਦਾਂ ਦੀ ਧਰਤੀ ਜਲਿਆਂਵਾਲਾ ਬਾਗ ਵਿਖੇ ਪਹੁੰਚ ਕੇ ਸ਼ਹੀਦਾਂ ਨੂੰ ਜਿੱਥੇ ਨਮਨ ਕਰ ਰਹੇ ਨੇ, ਉੱਥੇ ਹੀ ਸਾਡੀ ਫਾਸਟਵੇ ਟੀਮ ਵੱਲੋਂ ਵੀ ਇਹਨਾਂ ਸ਼ਹੀਦਾਂ ਨੂੰ ਪੂਰਾ ਨਮਨ ਹੈ, ਜਿਨ੍ਹਾਂ ਦੀ ਸ਼ਹਾਦਤ ਦੇ ਸਦਕਾ ਅੱਜ ਅਸੀਂ ਆਪਣੇ ਮੁਲਕ ਦੇ ਵਿੱਚ ਪੂਰੇ ਆਜ਼ਾਦ ਘੁੰਮ ਰਹੇ ਹਾਂ। ਤੇ ਲੋੜ ਹੈ ਲੋਕਾਂ ਦਾ ਇੱਕੋ ਹੀ ਮੈਸੇਜ ਆ, ਅੱਜ ਯੂਥ ਨੂੰ ਆਪਣੇ ਸ਼ਹੀਦਾਂ ਨੂੰ ਯਾਦ ਰੱਖਣ ਦੀ ਲੋੜ ਹੈ ਤੇ ਮਾਂ-ਬਾਪ ਨੂੰ ਵੀ ਚਾਹੀਦਾ ਕਿ
ਕੇ ਆਪਣੇ ਬੱਚਿਆਂ ਨੂੰ ਇੱਥੇ ਲੈ ਕੇ ਆਉਣ ਤਾਂ ਜੋ ਸ਼ਹੀਦਾਂ ਦੇ ਜੋ ਘਾਣ ਹੋਏ ਨੇ, ਜੋ ਜਿਨ੍ਹਾਂ ਦੀ ਸ਼ਹਾਦਤ ਦੇ ਸਦਕਾ ਅੱਜ ਅਸੀਂ ਆਪਣੇ ਮੁਲਕ 'ਚ ਆਜ਼ਾਦ ਘੁੰਮ ਰਹੇ ਹਾਂ ਤੇ ਉਹਨਾਂ ਦਾ ਇਤਿਹਾਸ ਕੁਝ ਪਤਾ ਲੱਗ ਸਕੇ। ਕੈਮਰਾਮੈਨ ਰਮਨ ਕੁਮਾਰ ਦੇ ਨਾਲ ਸੁਸ਼ੀਲ ਸ਼ਰਮਾ, ਫਾਸਟ ਵੇ ਨਿਊਜ਼, ਅੰਮ੍ਰਿਤਸਰ। ਹੁਣ ਸਮਾਂ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਤੁਸੀਂ ਵੇਖੋਗੇ BRTS ਬੱਸਿਸ ਤੇ ਸੇਵਾ ਬੰਦ ਹੋਣ ਕਾਰਨ ਲੋਕ ਪਰੇਸ਼ਾਨ। ਇਹ ਤੇ ਕੁਝ ਹੋਰ ਖਬਰਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। फनलैंड अपने बच्चों को नेचर का अनुभव और राइड्स का फन दीजिए। आइए कंपनी बाग में सबके मनपसंद फनलैंड में और मजे लीजिए बेशुमार राइड्स, बोटिंग, रेस्टोरेंट, हॉर्स राइडिंग, आर्टिफिशियल जू, डांस और बहुत सारी एक्साइटिंग एक्टिविटीज का एंट्री सिर्फ 5 रुपए से शुरू। Funland in your city, unlimited fun. तुझे देखा हुआ पागल पागल तेरी बॉडी जैसे पागल पागल पास आ जाने जा पन मेरी यामाहा let me hit the throttle let me make you move let me make you move come back boy baby banda thoda crack John Lever is mera swag let me make you move let me make you move John Lever razor mera swag hai। ब्रेक तो बाद एक बार फिर तुहाडा स्वागत है। ਅੰਮ੍ਰਿਤਸਰ ਸ਼ਹਿਰ ਵਾਸੀਆਂ ਵਾਸਤੇ BRTS ਬੱਸਿਸ ਦੀ ਸੇਵਾ ਸ਼ੁਰੂ ਕੀਤੀ ਗਈ ਸੀ ਤਾਂ ਜੋ ਸ਼ਹਿਰ ਵਾਸੀ ਆਰਾਮ ਨਾਲ ਇੱਕ ਥਾਂ ਤੋਂ ਦੂਜੀ ਥਾਂ ਇਹਨਾਂ AC ਬੱਸਿਸ ਵਿੱਚ ਸਫ਼ਰ ਕਰ ਸਕਣ। ਵੇਖਣ ਵਿੱਚ ਆਇਆ ਕਿ ਪਿਛਲੇ ਕਾਫੀ ਸਮੇਂ ਤੋਂ BRTS ਮੈਨੇਜਮੈਂਟ ਵਿੱਚ ਕੁਝ ਇਸ਼ੂਜ਼ ਚੱਲ ਰਹੇ ਹਨ ਜਿਨ੍ਹਾਂ ਕਾਰਨ ਸਟਾਫ ਸਟ੍ਰਾਈਕ ਤੇ ਚਲਾ ਜਾਂਦਾ ਹੈ ਅਤੇ ਲੋਕ ਪਰੇਸ਼ਾਨ ਹੁੰਦੇ ਹਨ। ਇੱਕ ਵਾਰ ਫਿਰ ਸਾਡੀ ਟੀਮ ਨੇ BRTS ਦੇ ਸਟ੍ਰਾਈਕ ਨੂੰ ਕਵਰ ਕੀਤਾ ਜਿਸ ਵਿੱਚ ਸਟੇਸ਼ਨਸ ਪੂਰੀ ਤਰ੍ਹਾਂ ਖਾਲੀ ਸਨ ਕਿਉਂਕਿ ਉਹ ਬੰਦ ਸਨ। ਕੋਈ ਵੀ ਸਟਾਫਰ ਨਾ ਹੋਣ ਕਾਰਨ ਸਾਡੇ ਨਾਲ ਸਟ੍ਰਾਈਕ ਬਾਰੇ ਗੱਲ ਕਰਨ ਵਾਲਾ ਕੋਈ ਨਹੀਂ ਸੀ। ਇੱਕ ਸ਼ਹਿਰ ਵਾਸੀ ਨੇ ਸਾਡੇ ਨਾਲ ਗੱਲ ਕੀਤੀ ਜਿਸ ਵਿੱਚ ਉਸ ਦਾ ਦੁੱਖ ਅਤੇ ਗੁੱਸਾ ਸਾਫ਼-ਸਾਫ਼ ਨਜ਼ਰ ਆਇਆ। BRTS ਵਾਲਾ ਜਿਹੜਾ ਮੁੱਦਾ ਹੈ ਨਾ, ਇਹ ਮੇਰਾ ਖਿਆਲ ਆ ਵੀ ਇੱਕ ਪਰਮਾਨੈਂਟ ਫੀਚਰ ਹੀ ਬਣ ਗਿਆ ਫॉर ਅੰਮ੍ਰਿਤਸਰ ਸਿਟੀਜ਼ਨਸ ਕਿਉਂਕਿ ਇਹਦੇ ਵਿੱਚ ਜਿਹੜਾ ਵਾ ਤਕਰੀਬਨ ਮਹੀਨੇ 'ਚ ਇੱਕ ਵਾਰਾਂ ਤੇ ਇਹ ਐਕਸਪੀਰੀਅੰਸ ਕਰਨਾ ਹੀ ਪੈਂਦਾ ਵੀ BRTS ਅੱਜ ਬੰਦ ਆ ਐਂਡ ਦੈਟ ਇਜ਼ ਵੈਰੀ ਇਨਕਨਵੀਨੀਅੰਟ ਫॉर ਦਾ ਜਨਰਲ ਪਬਲਿਕ। ਹੁਣ ਪਿਛਲੇ 5-6 ਦਿਨ ਤੋਂ ਜਿਹੜੀ ਇਹਨਾਂ ਦੇ ਜਿਹੜੇ ਪਰਮਾਨੈਂਟ ਇਹ ਕਲੋਜ਼ਰ ਹੋ ਗਿਆ ਇਟ ਕ੍ਰੀਏਟਸ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਪੈਨਿਕ ਕ੍ਰੀਏਟ ਹੋ ਗਿਆ ਔਰ ਪਬਲਿਕ ਬਹੁਤ ਪਰੇਸ਼ਾਨ ਹੋ ਰਹੀ ਹੈ ਸਟੂਡੈਂਟ ਕਮਿਊਨਿਟੀ ਵਾਸਤੇ ਔਰ ਪੇਰੈਂਟਸ ਵਾਸਤੇ। ਇਹ ਤਾਂ ਬਹੁਤ ਵੱਡਾ ਇੱਕ ਸੈਟਬੈਕ ਹੈ ਬਿਕੋਜ਼ ਉਹਦੇ ਵਿੱਚ ਜਿਹੜਾ ਅਰੇਂਜਮੈਂਟ ਉਹਨਾਂ ਦਾ ਡੇਲੀ ਦਾ ਬਣਿਆ ਹੁੰਦਾ ਵਾ ਦੈਟ ਇਜ਼ ਟੋਟਲੀ ਹੈਂਪਰਡ। ਉਹਦੇ ਵਿੱਚ ਉਹਨਾਂ ਦਾ ਆਉਣ ਜਾਣ ਦਾ ਜਿਹੜਾ ਉਹਨਾਂ ਦਾ ਟਾਈਮਿੰਗ ਹੈ ਜਾਂ ਜੋ ਸੈਟਿੰਗ ਹੋਈ ਹੁੰਦੀ ਹੈ ਉਹ ਸਾਰੀ ਪੇਰੈਂਟਸ ਵਾਸਤੇ ਬਹੁਤ ਪਰੇਸ਼ਾਨੀ ਹੋ ਜਾਂਦੀ ਹੈ ਔਰ ਬੱਚਿਆਂ ਦੇ ਉਹਦੇ ਜਿਹੜੀ ਪਰੇਸ਼ਾਨੀ ਦੇ ਨਾਲ ਨਾਲ ਇਕਨੋਮਿਕਲੀ ਵੀ ਉਹਨਾਂ ਵਾਸਤੇ ਇੱਕ ਨਵਾਂ ਬੋਝ ਬਣ ਜਾਂਦਾ ਵਾ ਔਰ ਟ੍ਰੈਫਿਕ ਜਿਹੜੀ ਆ ਉਹ ਰੋਡ ਦੇ ਉੱਤੇ ਹੋਰ ਵੱਧ ਜਾਂਦੀ ਆ। ਪੁਲਿਸ ਪ੍ਰਸ਼ਾਸਨ ਨੇ ਬਹੁਤ ਵਧੀਆ ਜਿਹੜਾ ਪਹਿਲਾਂ ਇਹਨੂੰ ਰੈਗੂਲਾਈਜ਼ ਕੀਤਾ ਸੀ ਸਾਰੀ ਟ੍ਰੈਫਿਕ ਨੂੰ, ਉਹ ਅਗੇਨ ਉਹੀ ਪ੍ਰੋਬਲਮ ਜਿਹੜਾ ਹਸ਼ਅਪ ਜਿਹੜਾ ਵਾ ਫਿਰ ਰੋਡ ਦੇ ਉੱਤੇ ਹੋਣਾ ਸ਼ੁਰੂ ਹੋ ਗਿਆ। ਇਹ ਹੁਣ ਅਤੇ ਇਸ ਵੇਲੇ ਤਾਂ ਚਲੋ ਪੰਜਾਬ ਗੌਰਮੈਂਟ ਨੇ 2-4 ਦਿਨ ਲਈ ਬੰਦ ਕੀਤੇ ਨੇ ਲੇਕਿਨ ਅਸੀਂ ਡੇਲੀ ਦੇਖਦੇ ਹਾਂ। ਮੈਂ ਆਪ ਕੰਮਿਊਟਰ ਹਾਂ, ਸਾਨੂੰ ਆਪ ਨੂੰ ਬਹੁਤ ਪਰੇਸ਼ਾਨੀ ਆ ਰਹੀ ਹੈ ਬੱਸ ਦੇ ਉੱਤੇ ਵੈਰੀ ਕਨਵੀਨੀਅੰਟ ਫॉर ਪਬਲਿਕ ਔਰ ਮੇਰੀ ਇਹ ਪੁਰਜੋਰ ਅਪੀਲ ਹੈ ਐਡਮਿਨਿਸਟ੍ਰੇਸ਼ਨ ਨੂੰ ਵੀ ਇਹਦੇ ਉੱਤੇ ਆਪਾਂ ਇਹਦਾ ਸਥਾਈ ਹੱਲ ਕਰੀਏ। ਹਰ ਮਹੀਨੇ ਜਿਹੜਾ ਵਾ ਇਹ ਪਰੇਸ਼ਾਨੀ ਵਾਲਾ ਜਿਹੜਾ ਇਹ ਸਿਲਸਿਲਾ ਹੈ ਇਹ ਬੰਦ ਹੋਵੇ।
ਔਰ ਹੁਣ ਵੀ ਉਹ ਪਿਛਲੇ 6 ਦਿਨ ਤੋਂ ਜਿਹੜਾ ਵਾ ਐਂਡ ਇਹਦੇ ਵਿੱਚ ਐਡਮਿਨਿਸਟ੍ਰੇਸ਼ਨ ਕਿਸੇ ਵੀ ਤਰ੍ਹਾਂ ਦਾ ਕਲੈਰੀਫਿਕੇਸ਼ਨ ਪਬਲਿਕ ਨੂੰ ਦੇਣ ਵਾਸਤੇ ਤਿਆਰ ਨਹੀਂ ਹੈ। ਔਰ ਜਿਹੜੀ ਕਿ ਬਹੁਤ ਜ਼ਰੂਰੀ ਹੈ ਇੱਕ ਇਹਨਾਂ ਦੇ ਬਾਰੇ ਪਬਲਿਕ ਨੂੰ ਜਾਗਰੂਕ ਕੀਤਾ ਜਾਵੇ, ਦੱਸਿਆ ਜਾਵੇ ਵੀ ਇਹ ਜਿਹੜੀ ਹੈ ਸਟ੍ਰਾਈਕ ਕਿਉਂ ਹੋਈ ਹੈ ਔਰ ਇਹਦਾ ਆਪਾਂ ਹੱਲ ਕਦੋਂ ਕੱਢਣੇ ਆ। ਔਰ ਇਹ ਅਜੇ ਸਾਰਾ ਕੁਝ ਜਿਹੜਾ ਵਾ ਡੋਲ ਡਰਮਸ ਦੇ ਵਿੱਚ ਹੈ ਔਰ ਇਹਨੂੰ ਬਹੁਤ ਸੀਰੀਅਸਲੀ ਗਵਰਨਮੈਂਟ ਨੂੰ ਔਰ ਲੋਕਲ ਐਡਮਿਨਿਸਟ੍ਰੇਸ਼ਨ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ। BRTS ਦੀ ਫੈਸਿਲਿਟੀ ਲੋਕਾਂ ਵਾਸਤੇ ਸ਼ੁਰੂ ਹੋਈ ਸੀ। ਅਸੀਂ ਵੇਖਦੇ ਪਏ ਕਿ ਵਿੱਚ ਰਹਿ ਕੇ ਕਦੇ ਸਟ੍ਰਾਈਕ ਕਰ ਦਿੰਦੇ ਆ, ਕਦੇ ਸਰਵਿਸਿਜ਼ ਬੰਦ ਹੋ ਜਾਂਦੀਆਂ ਨੇ ਔਰ ਅੱਜ ਜਿਵੇਂ ਤੁਸੀਂ ਵੇਖਦੇ ਪਏ ਹੋ ਕਿ ਪੂਰਾ ਦਾ ਪੂਰਾ ਪੈਸੇਜ ਹੀ ਖਾਲੀ ਹੈ, ਕੋਈ ਵੀ ਬੱਸ ਨਹੀਂ ਚੱਲ ਰਹੀ ਹੈ। ਕੁਝ ਦਿਨ ਹੋ ਗਏ ਨੇ ਲਗਾਤਾਰ, ਕੋਈ ਪਬਲਿਕ ਨੂੰ ਨਹੀਂ ਪਤਾ ਲੱਗ ਰਿਹਾ ਕਿ ਕੀ ਕਾਰਨ ਹੈਗੇ ਨੇ ਇਹਦੇ ਪਿੱਛੇ, ਕਿ ਕੰਪਨੀ ਦਾ ਆਪਣੇ EMPLOYEES ਦੇ ਨਾਲ ਕੀ ਝਗੜਾ ਹੈ ਜਾਂ ਕੀ ਝਗੜਾ ਨਹੀਂ ਹੈ। ਅਗਰ EMPLOYEES ਦਾ ਕੰਪਨੀ ਨਾਲ ਝਗੜਾ ਸੀ ਤਾਂ ਕੰਪਨੀ ਔਰ ਆਪਸ ਦੇ ਵਿੱਚ ਉਹ ਲੋਕ ਹੀ ਨਿਪਟਣ, ਪਬਲਿਕ ਸਫਰ ਕਿਉਂ ਕਰ ਰਹੀ ਹੈ? ਪਬਲਿਕ ਵਾਸਤੇ ਜੋ ਫੈਸਿਲਿਟੀ ਸੀ ਉਹ ਪਬਲਿਕ ਨੂੰ ਹੀ ਨਹੀਂ ਦਿੱਤੀ ਗਈ ਤੇ ਕੀ ਫਾਇਦਾ ਹੋਇਆ ਇਸ ਪੈਸੇਜ ਦਾ ਔਰ ਇਸ BRTS ਦਾ। ਉਮੀਦ ਇਹ ਕਰਦੇ ਹਾਂ ਕਿ ਜਲਦੀ ਸਟ੍ਰਾਈਕ ਖੁੱਲੇ ਜਾਂ ਜਲਦੀ ਬੱਸਿਸ ਦੁਬਾਰਾ ਸਰਵਿਸ 'ਚ ਆਉਣ। ਅਗਰ ਨਹੀਂ ਆ ਸਕਦੀ ਤਾਂ ਜਿਵੇਂ ਪਬਲਿਕ ਤੰਗ ਹੋ ਰਹੀ ਹੈ, ਘੱਟੋ ਘੱਟ ਜਿਹੜਾ BRTS ਪੈਸੇਜ ਹੈਗਾ ਆਮ ਪਬਲਿਕ ਵਾਸਤੇ ਖੋਲ੍ਹ ਦਿੱਤਾ ਜਾਵੇ, ਘੱਟੋ ਘੱਟ ਸੜਕਾਂ ਦੇ ਉੱਤੇ ਰਸ਼ ਘਟੇਗਾ। ਕੈਮਰਾ ਪਰਸਨ ਨਰੇਸ਼ ਨਾਲ JP ਸਿੰਘ ਫਾਸਟ ਨਿਊਜ਼ ਅੰਮ੍ਰਿਤਸਰ। ਸ਼ਹੀਦ ਮਦਨ ਲਾਲ ਢੀਂਗਰਾ ਸਮਾਰਕ ਸਮਿਤੀ ਵੱਲੋਂ ਸ਼ਹੀਦ ਮਦਨ ਲਾਲ ਢੀਂਗਰਾ ਦਾ ਬਲੀਦਾਨ ਦਿਵਸ 17 ਅਗਸਤ ਨੂੰ ਉਹਨਾਂ ਦੇ ਸਮਾਰਕ ਸਥਲ ਗੋਲਬਾਗ ਵਿਖੇ ਸ਼ਰਧਾ ਨਾਲ ਮਨਾਇਆ ਜਾਏਗਾ। ਸਾਬਕਾ ਮੰਤਰੀ ਲక్ష్ਮੀਕਾਂਤਾ ਚਾਵਲਾ ਅਤੇ ਸਮਿਤੀ ਦੇ ਪ੍ਰਧਾਨ ਰਾਕੇਸ਼ ਸ਼ਰਮਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੱਡੀ ਗਿਣਤੀ ਵਿੱਚ ਸਮਾਗਮ ਵਿੱਚ ਭਾਗ ਲੈ ਕੇ शहीदों को श्रद्धा के फूल पेंट करन। 17 अगस्त मदन लाल ढींगरा जी का बलिदान दिन है। 1909 में 17 अगस्त को लंदन की पैटर्नविले जेल में इन्हें फांसी दी गई थी और फांसी इसलिए दी गई क्योंकि ये भारत का बेटा भारत की आज़ादी के लिए लड़ रहा था और इससे ये सहन नहीं हो सका कि कर्जन वाइली जैसा अफसर भारतीयों का विद्यार्थियों का अपमान करे, उनको दंड दिलवाए और भारत के विद्यार्थियों को ये महसूस कराए कि तुम गुलाम हो। आखिर वीर सावरकर जी और ये इकट्ठे हुए और उसने ये कहा कि मैं देश के लिए मरना चाहता हूँ, बलिदान देना चाहता हूँ। तो अमृतसर का बेटा कड़ा शेर सिंह में पैदा हुआ, यहीं पढ़ा। दुर्भाग्य ये रहा कि उसके माता पिता सब अंग्रेज़ों के भक्त थे जिनको हम टोडी बच्चे कहते थे, पर ये इंग्लैंड चला गया और इंग्लैंड सहयोग देखिए कि 1906 में ही पहुँचे वीर सावरकर, 2 महीने बाद ये भी पहुँच गया, इंडिया हाउस में चले गए और फिर बलिदान के पथ पर बढ़ गए। मेरा अपने अमृतसर शहर वालों से, पंजाब वालों से, देश वालों से एक ही निवेदन है कि मदन लाल ढींगरा फांसी पर चढ़ा अपने देश के लिए, तो उसका आज हम इतना भी नहीं कर सकते कि उसके बलिदान दिन पर उसको याद करें, अपने बच्चों को बताएं, स्कूलों कॉलेजों में बताएं कि अमृतसर से निकलकर छोटा सा लड़का इंग्लैंड जाता है और फिर कभी वापस नहीं आता। हमें गर्व है इस बात का कि हम अपने ढींगरा को अमृतसर में पुनः ले आए हैं। ये स्मारक उसका बन गया है गोलबाग में। इसके साथ ही हम शहीद उधम सिंह को भी इस स्मारक में रखेंगे क्योंकि दोनों एक ही जेल में फांसी चढ़े थे, एक ही काम के लिए। इस साल वो स्मारक भी बन के तैयार है। सवेरे पहलों 8:30 बजे टाउन हाल जाके फुੱਲ अर्पित किए जान। उस तो बाद मेन प्रोग्राम गोलबाग जिहड़ा स्मारक बनया जिथे मुख्य अतिथि माननीय श्री बनवारी लाल जी बरोबर गवर्नर पंजाब आ रहे हैं। उस दिन इत्थे खूनदान कैंप भी लाया जाएगा। होर बच्चों के नाटक का प्रोग्राम है। फिर जोड़े बच्चों ने भाषण प्रतियोगिता हिस्सा लिया उन्होंने इनाम समारोह किया जाएगा, लंगर। बाकी भैन जी की कोशिश है कि शहीदा दिवस बड़ी चंगी तरह धूमधाम के इन्नी लड़ाई लड़ के बनाने का फायदा कि लोगों को पता लगे। ਚੱਡਾ ਗਰੁੱਪ ਅਤੇ ਹੋਟਲ ਕਲਾਰਕਸ ਇਨ ਵੱਲੋਂ ਆਜ਼ਾਦੀ ਦਿਹਾੜੇ ਤੇ ਕੌਮੀ ਝੰਡਾ ਫਹਿਰਾਇਆ ਗਿਆ। ਦੇਸ਼ ਭਗਤੀ ਦੇ ਗੀਤ ਗਾਏ ਗਏ ਅਤੇ ਮਿਠਾਈ ਵੰਡੀ ਗਈ। ਹਰਬੰਸ ਕੌਰ ਚੱਡਾ, ਹਰਪ੍ਰੀਤ ਸਿੰਘ ਚੱਡਾ, ਜਪਿੰਦਰ ਕੌਰ ਚੱਡਾ, ਅਰਹਾਨ ਸਿੰਘ ਚੱਡਾ ਅਤੇ ਮੋਹਿਤ ਸ਼ਰਮਾ ਸਮੇਤ ਕਈ ਲੋਕ ਮੌਜੂਦ ਸਨ। मैं देशवासियों को अमन ते शांति का सुना देना चाहना जैसा कि तुम देखा कि कुछ हिस्सों से हिंदुस्तान में काफ़ी शांति फैली हुई है। मणिपुर हो गया या कुछ होर हिस्से हो गए। मैं उत्थे सारे बेनती कराँगा भी जोड़ा सभ्याचारक भाईचारा काम के धर्म जाति पाति को अमन ते शांति बनाए रखना। आज़ादी दिहाड़े के मौके ते आज़ाद हिंद फौज फ्रीडम फाइटर सक्सेसर्स एसोसीएशन ਵੱਲੋਂ जलियांवाला बाग विखे शहीदों को श्रद्धा के फुल पेंट किए गए ਅਤੇ तिरंगा फहराया गया। मानव अधिकार वेलफेयर सोसाइटी के प्रधान कमल किशोर, प्रधान मनोहर सिंह सैनी, रविंदर कौर, बलबीर कौर ਅਤੇ दर्शन कौर समेत कई लोग मौजूद सन। आज़ादी दिहाड़े के मौके ते सीनियर सिटीजन सैर कमेटी कंपनी बाग ਵੱਲੋਂ आज़ादी दिहाड़े के लोगों को बधाई दी गई। RL मनसोत्रा, नरेश गुप्ता, नरेश बिट्टा, अशोक कुमार,
जुगल शर्मा भी मौजूद सन। शिव सेना सूर्यवंशी वालों आजादी दिहाड़े ते समागम प्रधान राकेश भसीन की अगवाई हेठ मनाया गया। तूना साइप्रस के चेयरमैन ओम प्रकाश गब्बर मुख मेहमान सन ਅਤੇ ਉਹਨਾਂ ਨੇ कौमी झंडा फहराया। जनरल सकत्तर करण गिल, सकत्तर मनोज, मुकेश खन्ना, प्रभारी संजीव शर्मा ਅਤੇ पंजाब प्रधान पुनीत शर्मा समेत वड्डी गिनती विच लोग मौजूद सन। शिव सेना सूर्यवंशी वालों तिरंगा यात्रा कढ़ी गई, जिहदे विच सारियां संगतां ने हुम-हुम आ के हिस्सा लिया। अज दा ਉਹ शुभ दिहाड़ा है ਜਦੋਂ अंग्रेज़ों ਤੋਂ हिंदुस्तान आज़ाद होया सीगा और बहुत ही संघर्षां दे नाल बड़ियां मुश्किलों के नाल बड़े तसीहे चल के साडा देश नूं आज़ादी मिली है। मैं नौजवान पीढ़ी नूं संदेश देना चाहुंदा कि भी अपना आज़ादी का आनंद मनाओ। सेंट पीटर एंग्लिकन चर्च ट्रेलर रोड विखे बिशप रोकस बी संधू ने कौमी झंडा फहराया ਅਤੇ देशवासियों ਨੂੰ ਵਧਾਈ ਦਿੱਤੀ। पादरी जेम्स थॉमस, पादरी प्रकाश जैकब, राजकुमार समेत कई लोग मौजूद सन। ये हम डायसिस ऑफ अमृतसर के डायसिस ऑफिस में ही खड़े हैं। ये बिशप हाउस है। यहाँ से ये हमारा संदेशा है कि आज 15 अगस्त है। 15 अगस्त के दिन भारत को अंग्रेज़ों की गुलामी से छुटकारा मिला और ये जो छुटकारा था कोई ऐसा ही नहीं था, इसके पीछे बहुत बड़ी कहानी है। सैनी समाज सेवा ट्रस्ट वालों आजादी दिहाड़े ते कौमी झंडा लहरा गया। प्रधान मनोहर सिंह सैनी ਅਤੇ संतोख सिंह सैनी ने कौमी झंडा लहराया ਅਤੇ लड्डू वंडे गए। इस मौके ते तरसेम सैनी, रिंकू सैनी, चंद्रमोहन सैनी, जसपाल सिंह, त्रिलोक सिंह समेत कई लोग मौजूद सन। मैं संतोख सिंह ਤੁਹਾਨੂੰ ਸਾਰਿਆਂ ਨੂੰ 76ਵੇਂ ਆਜ਼ਾਦੀ ਦਿਵਸ ਤੇ ਲੱਖ ਲੱਖ ਵਧਾਈ ਦਿੰਦਾ ਹਾਂ। ਮੈਂ ਚਾਹੁੰਦਾ ਹਾਂ ਵੀ ਇਹ ਸੈਣੀ ਸਮਾਜ ਜੋ ਸਾਡਾ ਹੈ ਦਿਨ ਦੁਗਣੀ ਤੇ ਰਾਤ ਚੌਗੁਣੀ ਤਰੱਕੀ ਕਰੇ। ਉਹਦੇ ਵਾਸਤੇ ਜੋ ਵੀ ਵੱਧ ਤੋਂ ਵੱਧ ਐਫਰਟਸ ਹੋ ਸਕਦੇ ਆ ਉਹ ਅਸੀਂ ਆਪਣੀ ਸੰਸਥਾ ਕਰਵਾਵਾਂਗੇ। शिव सेना शेरे हिंद दे पंजाब संगठन मंत्री विजय कुमार विक्की की अगवाई हेठ डैमगंज विखे आजादी दिहाड़ा मनाया गया ਅਤੇ लड्डू वंडे गए। राष्ट्र मीत प्रधान राजेश पुरी, पंजाब प्रधान मनोज कुमार, डिप्टी भूपिंदर सिंह, जिला यूथ मीत प्रधान समीर मंगा समेत कई लोग मौजूद सन। सारिਆਂ ने अज की किया 15 अगस्त का प्रोग्राम किया। 15 अगस्त बहुत वड्डा दिहाड़ा है। इस दिन अपना देश आज़ाद होया ही। पंजाब प्रधान मनोज कुमार डिप्टी शिव सेना शेरे तो अज 15 अगस्त आज़ादी का दिहाड़ा है तो सारिਆਂ ਨੂੰ जय श्री राम। नशा विरोधी समाज निर्माण संस्था के चेयरमैन बाल कृष्ण शर्मा ਅਤੇ समाज सेवक विनोद शर्मा वालों आजादी दिहाड़े के मौके ते तिरंगा लहरा गया ਅਤੇ अपने शहीदों ਨੂੰ याद किया गया। इस मौके माता शारदा माहेश्वरी, तानिया शर्मा समेत वड्डी गिनती विच लोग मौजूद सन। एक जय है भारत भाग विधाता, पंजाब सिंध गुजरात मराठा, रावण उत्कल बंग, भारत माता की जय। श्री गांधी आश्रम क्वींस रोड विखे तिरंगा फहराया गया। ट्रस्टी डॉक्टर इंद्रपाल, बलविंदर सिंह, सतपाल ने लोगों को आजादी दिहाड़े की बधाई दी। दिनेश पांडे, रामकृष्ण, अशोक यादव भी मौजूद सन। ਅੱਜ ਕਸ਼ੇਤਰੀ ਸ਼੍ਰੀ ਗਾਂਧੀ ਆਸ਼ਰਮ ਵੱਲੋਂ ਆਜ਼ਾਦੀ ਮੌਕੇ ਤੇ 77ਵਾਂ ਜਿਹੜਾ ਆਜ਼ਾਦੀ ਦਿਵਸ ਮਨਾ ਰਹੇ ਹਾਂ ਔਰ ਸਾਰੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਵਸ ਦੇ ਲੱਖ ਲੱਖ ਵਧਾਈ ਹੋਏ। ਜਿਹੜੇ ਪਰਵਾਨਿਆਂ ਨੇ ਸ਼ਹੀਦੀਆਂ ਦੇ ਕੇ ਦੇਸ਼ ਨੂੰ ਆਜ਼ਾਦ ਕਰਾਇਆ ਅਸੀਂ ਉਹਨੂੰ ਨਮਨ ਕਰਦੇ ਹਾਂ। ਛਿਆਟਾ ਇੰਡੀਆ ਗੇਟ ਮੁੱਖ ਦਫ਼ਤਰ ਵਿਖੇ ਸ਼ਿਵ ਸੈਨਾ ਵੱਲੋਂ ਆਜ਼ਾਦੀ ਦਿਹਾੜਾ ਮਨਾਇਆ ਗਿਆ, ਜਿਸ ਵਿੱਚ ਸ਼ਿਵ ਸੈਨਾ ਕੇਸਰੀ ਦੇ ਰਾਸ਼ਟਰੀ ਪ੍ਰਧਾਨ ਵਿਪਨ ਨਈਅਰ ਨੇ ਕੌਮੀ ਝੰਡਾ ਲਹਿਰਾਇਆ ਅਤੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ। इस मौके शिव सेना केसरी के राष्ट्रीय युवा प्रधान रमन पंडित, उत्तर भारत प्रमुख रघु पंडित, गौरव अरोड़ा समेत कई लोग मौजूद सन। ਅੱਜ ਦੇ ਆਜ਼ਾਦੀ ਦਿਹਾੜੇ ਤੇ ਸਾਰੇ ਦੇਸ਼ ਵਾਸੀਆਂ ਨੂੰ, ਵਿਦੇਸ਼ ਵਾਸੀਆਂ ਨੂੰ, ਭਾਰਤ ਤੋਂ ਬਾਹਰ ਰਹਿੰਦੇ ਵੀ ਜਿਹੜੇ ਭਾਰਤ ਦੇ ਵਸਨੀਕ ਆ ਸਾਰਿਆਂ ਨੂੰ ਆਜ਼ਾਦੀ ਦਿਵਸ ਦੀਆਂ ਵਧਾਈ ਦਿੰਦਾ ਵਾਂ। ਇਸ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਸਾਡੇ ਸ਼ਹੀਦਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। ਸਰਬ ਧਰਮ ਲੰਗਰ ਸੇਵਾ ਸੁਸਾਇਟੀ ਵੱਲੋਂ ਆਜ਼ਾਦੀ ਦਿਹਾੜੇ ਦੇ ਮੌਕੇ ਤੇ ਲੋਕਾਂ ਨੂੰ ਵਧਾਈ ਦਿੰਦਿਆਂ ਮਿਠਾਈ ਵੰਡੀ ਗਈ। यशपाल खन्ना, देसराज सोई, संजीव शर्मा, कृपाल सिंह, पवन महाजन भी मौजूद सन। अठाईवें हिंद पाकिस्तान मित्रता मेला के प्रबंधकों ते
ਦੇਸ਼ ਭਰ ਤੋਂ ਆਏ ਬੁੱਧੀਜੀਵੀਆਂ ਵੱਲੋਂ ਬੀਤੀ ਅੱਧੀ ਰਾਤ ਸਮੇਂ ਭਾਰਤ ਪਾਕਿਸਤਾਨ ਅਟਾਰੀ ਸਰਹੱਦੀ ਦੀ ਜ਼ੀਰੋ ਲਾਈਨ ਨੇੜੇ ਮੋਮਬੱਤੀਆਂ ਜਗਾ ਕੇ ਦੋਵਾਂ ਦੇਸ਼ਾਂ ਵਿੱਚ ਅਮਨ ਸ਼ਾਂਤੀ ਦੇ ਨਾਲ-ਨਾਲ ਵਪਾਰਕ ਆਦਾਨ ਪ੍ਰਦਾਨ ਅਤੇ ਲੋਕਾਂ ਦੇ ਆਉਣ ਜਾਣ ਨੂੰ ਸੁਖਾਲਾ ਬਣਾਏ ਜਾਣ ਦੀ ਕਾਮਨਾ ਕੀਤੀ ਗਈ। ਹਿੰਦ ਪਾਕਿਸਤਾਨ ਦੋਸਤੀ ਮੰਚ, ਫੋਕਲੋਰ ਰਿਸਰਚ ਅਕੈਡਮੀ ਵੱਲੋਂ ਪੰਜਾਬ ਜਾਗ੍ਰਿਤੀ ਮੰਚ, ਸਾਫਮਾ, ਹਿੰਦ ਪਾਕਿਸਤਾਨ ਪੀਪਲਸ ਫੋਰਮ ਫॉर ਪੀਸ ਐਂਡ ਡੈਮੋਕ੍ਰੇਸੀ ਅਤੇ ਸਰਬੱਤ ਦਾ ਭਲਾ ਟਰਸਟ ਦੇ ਸਹਿਯੋਗ ਨਾਲ ਖਾਲਸਾ ਕਾਲਜ ਵਿਖੇ ਸੈਮੀਨਾਰ ਵੀ ਕਰਵਾਇਆ ਗਿਆ। ਪੱਤਰਕਾਰ ਸਤਨਾਮ ਸਿੰਘ ਮਾਣਿਕ, ਪ੍ਰਧਾਨ रमेश यादव, दीपक कथूरिया, डॉक्टर मोनिका दत्ता समेत कई लोग मौजूद सन। ਅੱਜ ਭਾਰਤ ਪਾਕਿਸਤਾਨ ਦੀ ਸਰਹੱਦ ਤੇ ਅਸੀਂ 28ਵੇਂ ਹਿੰਦ ਪਾਕ ਦੋਸਤੀ ਦੇ ਸੰਮੇਲਨ ਦੇ ਹਿੱਸੇ ਵਜੋਂ ਮੋਮਬੱਤੀਆਂ ਜਗਾ ਰਹੇ ਹਾਂ। ਸਾਡਾ ਸੁਨੇਹਾ ਇਹੀ ਹੈ ਕਿ ਦੋਨਾਂ ਦੇਸ਼ਾਂ ਦੇ ਵਿਚਕਾਰ ਅਮਨ ਹੋਵੇ, ਦੋਸਤੀ ਵਧੇ ਔਰ ਦੋਨਾਂ ਦੇਸ਼ਾਂ ਦੇ ਵਿੱਚ ਅਰਲੇ ਜਿਹੜੇ ਮਸਲੇ ਆ ਕਸ਼ਮੀਰ ਸਮੇਤ ਸਾਰੇ ਮਸਲੇ ਗੱਲਬਾਤ ਰਾਹੀਂ ਹੱਲ ਕੀਤੇ ਜਾਣ। लड़ाई दोनों देशों के विचकार बदल नहीं हो सकती। और हिंद पाक दोस्ती का जो ये आगाज़ हुआ है बहुत साल पहले, 28वां ये जो बनाया जा रहा है दिवस, उसमें मैं शामिल हुई है पहली बार, आकर बहुत अच्छा लग रहा है। और इस बारे में मुझे ये कहना है कि सरहदें बट गई हों जिस भी आज़ादी की लड़ाई के बाद, लेकिन हमारी दोस्ती, प्यार, मोहब्बत एक जैसे ही पहले की तरह ही रहनी चाहिए। क्योंकि ये ਜਿਹੜਾ ਅਟਾਰੀ ਬਾਰਡਰ ਬਾਗੇ ਦਾ ਮਾਹੌਲ ਦੇਖਿਆ ਮੈਨੂੰ ਬੜੀ ਖੁਸ਼ੀ ਹੋਈ ਆ ਕਿ ਦਿੱਲੀ ਤੋਂ ਹਰਿਆਣੇ ਤੋਂ ਚੱਲ ਕੇ ਜੋ ਭੈਣ ਭਾਈ ਸਾਡੇ ਬਜ਼ੁਰਗ ਆਏ ਨੇ ਇੱਕ ਹਿੰਦੁਸਤਾਨ ਤੇ ਪਾਕ ਦੀ ਦੋਸਤੀ ਦੇ ਲਈ, ਬੜਾ ਵਧੀਆ ਲੱਗਾ, ਬਹੁਤ ਚੰਗਾ ਲੱਗਾ। ਮੈਂ 5 ਵਾਰ ਉਧਰ ਪਾਕਿਸਤਾਨ ਦੇ ਵਿੱਚ ਜਾ ਚੁੱਕੀ ਹਾਂ। ਜਿਹੜੇ ਸਾਡੇ ਦਰਸ਼ਨਦਾਰੇ ਗੁਰਧਾਮ ਨੇ, ਸਾਡੇ ਖੁੱਲੇ ਦਰਸ਼ਨਦਾਰੇ, ਜਿਵੇਂ ਕਿ ਸਾਡੀ ਸ਼੍ਰੋਮਣੀ ਕਮੇਟੀ ਦੀ ਬਦੌਲਤ ਦੇ ਨਾਲ ਅਸੀਂ ਉਧਰ ਦਰਸ਼ਨਦਾਰੇ ਕਰਕੇ ਆਉਣੇ ਆ। श्री हरि मंदिर गोपाल नगर विखे सावन के संबंध में भोलेनाथ का भव्य श्रृंगार किया गया और लंगर वरताए गए। सुरेंद्र महाजन, हैप्पी अरोड़ा, मदन महाजन, रोहित महाजन, सतपाल भी मौजूद सन। श्री दुर्गियाना तीरथ दे श्री लक्ष्मी नारायण मंदिर विखे 18 जुलाई तो 16 अगस्त तक धर्मपाल जी वालों श्री रामचरित्र मानस के पाठ किए जा रहे हैं। कई लोगों ने हाजरी भर के पाठ किए। आखिर विच मुख खबरां एक बार फिर तो पंजाब के खजाना मंत्री हरपाल सिंह चीमा ने आजादी दिहाड़े के संबंध में गुरु नानक स्टेडियम विखे लहराया कौमी झंडा। तरनतारन विखे हुए आजादी दिहाड़े के समागम में मंत्री चेतन सिंह जोड़ा माजरा ने लहराया कौमी झंडा। इनकम टैक्स दफ्तर विखे आजादी दिहाड़े के संबंध में होया समागम। चीफ कमिश्नर इनकम टैक्स जहां सेब अख्तर ने फहराया झंडा। ये सन आज दी खबरां। हुण असीं मिलांगे अगले बुलेटिन विच। हुण मैनूं दिओ इजाजत। धन्नवाद।